Principles of Microeconomics Part 2, course code VECC 132, एक टॉपिक लैंड मार्केट ਜਿਹਨੂੰ ਅਸੀਂ ਭੂਮੀ ਦਾ ਬਾਜ਼ਾਰ ਕਹਿੰਦੇ ਆ ਉਸ ਨੂੰ ਡਿਸਕਸ ਕਰਾਂਗੇ। ਜਿਸ ਤਰ੍ਹਾਂ ਅਸੀਂ ਪਿਛਲੇ ਲੈਕਚਰ 'ਚ ਡਿਸਕਸ ਕੀਤਾ ਸੀਗਾ ਕਿ ਉਤਪਾਦਨ ਦੇ ਚਾਰ ਸਾਧਨ ਹੁੰਦੇ ਨੇ: ਲੈਂਡ, ਲੇਬਰ, ਕੈਪੀਟਲ ਅਤੇ ਐਂਟਰਪ੍ਰੀਨਰ। ਤਾਂ ਉਹਨਾਂ ਚਾਰਾਂ ਸਾਧਨਾਂ ਦੇ ਵਿੱਚੋਂ ਲੈਂਡ ਇੱਕ ਉਤਪਾਦਨ ਦਾ ਸਾਧਨ ਹੈ, ਜਿਹਨੂੰ ਅਸੀਂ ਭੂਮੀ ਕਹਿੰਦੇ ਹਾਂ। ਭੂਮੀ ਇੱਕ ਉਤਪਾਦਨ ਦਾ ਸਾਧਨ ਹੈ। ਇਹ ਇਸ ਦੀਆਂ ਜਿਹੜੀਆਂ ਵੱਖ-ਵੱਖ ਸਿਧਾਂਤ ਨੇ ਭੂਮੀ ਦੇ, ਉਸ ਨੂੰ ਅਸੀਂ ਅੱਜ ਡਿਸਕਸ ਕਰਾਂਗੇ ਇਸ ਚੈਪਟਰ ਦੇ ਵਿੱਚ। ਤਾਂ ਆਮ ਤੌਰ ਤੇ ਆਮ ਭਾਸ਼ਾ ਵਿੱਚ ਅਸੀਂ ਜਿਹੜੀ ਜ਼ਮੀਨ ਦੀ ਉੱਪਰਲੀ ਸਤਹ ਹੈ, ਉੱਪਰਲੀ ਜਿਹੜੀ ਸਰਫੇਸ ਆਫ ਦਾ ਲੈਂਡ, ਉਸ ਨੂੰ ਅਸੀਂ ਲੈਂਡ ਕਹਿੰਦੇ ਹਾਂ, ਉਸ ਨੂੰ ਅਸੀਂ ਭੂਮੀ ਕਹਿੰਦੇ ਹਾਂ। ਲੇਕਿਨ ਅਰਥ ਸ਼ਾਸਤਰ ਦੇ ਵਿੱਚ ਕੁਦਰਤ ਵੱਲੋਂ ਜਿਹੜੇ ਵੀ ਸਾਧਨ ਸਾਨੂੰ ਮੁਫਤ ਮਿਲੇ ਹੈ, ਉਸ ਨੂੰ ਅਸੀਂ ਭੂਮੀ ਕਹਿੰਦੇ ਹਾਂ। ਉਸ ਦੇ ਵਿੱਚ ਜੰਗਲ ਵੀ ਆ ਗਏ, ਖਣਿਜ ਪਦਾਰਥ ਵੀ ਆ ਗਏ, ਪਾਣੀ ਵੀ ਆ ਗਏ, ਸਮੁੰਦਰ ਵੀ, ਨਦੀਆਂ ਵੀ। ਕਹਿਣ ਦਾ ਮਤਲਬ ਜਿੰਨੇ ਵੀ ਸਾਧਨ ਕੁਦਰਤ ਵੱਲੋਂ ਸਾਨੂੰ ਮਿਲੇ ਹੈ, ਪ੍ਰਾਪਤ ਹੋਏ ਨੇ ਨੇਚਰ ਵੱਲੋਂ ਮੁਫਤ ਦੇ ਰੂਪ ਵਿੱਚ, ਉਹਨਾਂ ਨੂੰ ਅਰਥ ਸ਼ਾਸਤਰ ਦੇ ਵਿੱਚ ਅਸੀਂ ਲੈਂਡ ਕਹਿੰਦੇ ਹਾਂ। ਤਾਂ ਇਸ ਲੈਂਡ ਨੂੰ ਯੂਜ਼ ਕਰਨ ਦੇ ਬਦਲੇ ਜੋ ਵੀ ਰਿਟਰਨ ਸਾਨੂੰ ਮਿਲਦੀ ਹੈ, ਉਸ ਨੂੰ ਅਸੀਂ ਲਗਾਨ ਕਹਿੰਦੇ ਹਾਂ। ਆਮ ਭਾਸ਼ਾ ਦੇ ਵਿੱਚ ਲੇਮੈਨ ਟਰਮੀਨੋਲੋਜੀ ਦੇ ਵਿੱਚ ਮਕਾਨ, ਦੁਕਾਨ ਜਾਂ ਕਿਸੇ ਪ੍ਰੋਪਰਟੀ ਨੂੰ ਯੂਜ਼ ਜਦੋਂ ਅਸੀਂ ਕਰਦੇ ਹਾਂ, ਉਸ ਨੂੰ ਯੂਜ਼ ਕਰਨ ਦੇ ਵੇਲੇ ਜੋ ਵੀ ਕੀਮਤ ਅਸੀਂ ਉਸ ਦੇ ਮਾਲਕ ਨੂੰ ਦਿੰਦੇ ਹਾਂ, ਉਸ ਨੂੰ ਅਸੀਂ ਉਸ ਦੀ ਪ੍ਰਾਈਸ ਕਹਿੰਦੇ ਹਾਂ, ਉਸ ਦੀ ਰੈਂਟ ਕਹਿੰਦੇ ਹਾਂ। ਲੇਕਿਨ ਅਰਥ ਸ਼ਾਸਤਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਅਰਥ ਸ਼ਾਸਤਰ ਦੇ ਵਿੱਚ ਕੁਦਰਤ ਵੱਲੋਂ ਜੋ ਵੀ ਸਾਨੂੰ ਮੁਫਤ ਮਿਲਿਆ ਹੈ, ਉਸ ਨੂੰ ਯੂਜ਼ ਕਰਨ ਦੇ ਵੇਲੇ, ਉਸ ਨੂੰ ਪ੍ਰਯੋਗ ਕਰਨ ਦੇ ਵੇਲੇ ਉਸ ਦੇ ਮਾਲਕ ਨੂੰ, ਭੂਮੀ ਦੇ ਮਾਲਕ ਨੂੰ ਜੋ ਵੀ ਕੀਮਤ ਅਸੀਂ ਅਦਾ ਕਰਦੇ ਹਾਂ, ਜੋ ਵੀ ਕੀਮਤ ਦਾ ਭੁਗਤਾਨ ਅਸੀਂ ਕਰਦੇ ਹਾਂ, ਉਸ ਨੂੰ ਅਸੀਂ ਲਗਾਨ ਕਹਿੰਦੇ ਹਾਂ, ਉਸ ਨੂੰ ਅਸੀਂ ਕਿਰਾਇਆ ਕਹਿੰਦੇ ਹਾਂ। ਤਾਂ ਅਰਥ ਸ਼ਾਸਤਰ ਦੇ ਵਿੱਚ ਲਗਾਨ ਸਿਰਫ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਯੂਜ਼ ਨਹੀਂ ਹੁੰਦਾ। ਜਿੰਨੇ ਵੀ ਬਾਕੀ ਉਤਪਾਦਨ ਦੇ ਸਾਧਨ ਨੇ, ਚਾਹੇ ਉਹ ਲੇਬਰ ਹੈ, ਚਾਹੇ ਉਹ ਕੈਪੀਟਲ ਹੈ, ਉਹਨਾਂ ਦਾ ਵੀ ਜਦੋਂ ਅਸੀਂ ਪ੍ਰਯੋਗ ਕਰਦੇ ਹਾਂ, ਪ੍ਰਯੋਗ ਕਰਨ ਦੇ ਵੇਲੇ ਜੋ ਵੀ ਅਸੀਂ ਪ੍ਰਾਈਸ ਯੂਜ਼ ਕਰਦੇ ਹਾਂ, ਪ੍ਰਾਈਸ ਪੇ ਕਰਦੇ ਹਾਂ, ਪ੍ਰੋਵਾਈਡਡ ਉਹਨਾਂ ਦੀ ਜਿਹੜੀ ਸਪਲਾਈ ਹੈ ਉਹ ਸਥਿਰ ਹੋਵੇ, ਉਹਨਾਂ ਦੀ ਪੂਰਤੀ ਜਿਹੜੀ ਹੈ ਉਹ ਇਨਇਲਾਸਟਿਕ ਹੋਵੇ, ਤਾਂ ਅਸੀਂ ਉਸ ਨੂੰ ਲਗਾਨ ਕਹਿੰਦੇ ਹਾਂ। ਤਾਂ ਇਸ ਦੇ ਬਾਰੇ ਵੱਖ-ਵੱਖ ਅਰਥ ਸ਼ਾਸਤਰੀਆਂ ਦੇ ਮਤਭੇਦ ਹੈਗੇ ਕਿ ਕੁਝ ਕਹਿੰਦੇ ਨੇ ਕਿ ਲੈਂਡ ਨੂੰ ਯੂਜ਼ ਕਰਨ ਦੇ ਵੇਲੇ ਜੋ ਪ੍ਰਾਈਸ ਦਿੱਤੀ ਜਾਂਦੀ ਹੈ, ਉਸ ਨੂੰ ਲਗਾਨ ਕਹਿੰਦੇ हैं। ਤਾਂ ਕੁਝ ਜਿਹੜੇ ਮਾਡਰਨ ਇਕੋਨੋਮਿਸਟ ਹੈ ਉਹ ਇਹ ਕਹਿੰਦੇ ਹੈ ਕਿ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਜੋ ਪ੍ਰਾਈਸ ਦਿੱਤੀ ਜਾਂਦੀ ਹੈ ਲੈਂਡਲੋਰਡ ਨੂੰ, ਉਸ ਨੂੰ ਹੀ ਸਿਰਫ ਲਗਾਨ ਨਹੀਂ ਕਹਿੰਦੇ। ਬਾਕੀ ਉਤਪਾਦਨ ਦੇ ਸਾਧਨਾਂ ਦਾ ਪ੍ਰਯੋਗ ਕਰਨ ਦੇ ਵੇਲੇ ਵੀ ਜੋ ਉਹਨਾਂ ਦੇ ਮਾਲਕ ਨੂੰ ਕੀਮਤ ਅਸੀਂ ਪੇ ਕਰਦੇ ਹਾਂ, ਅਦਾ ਕਰਦੇ ਹਾਂ, ਉਸ ਨੂੰ ਵੀ ਅਸੀਂ ਲਗਾਨ ਕਹਿੰਦੇ ਹਾਂ। ਤਾਂ ਜੇ ਅਸੀਂ ਰੈਂਟ ਐਜ਼ ਰਿਟਰਨ ਟੂ ਲੈਂਡ ਯੂਜ਼ ਦੀ ਗੱਲ ਕਰੀਏ, ਤਾਂ ਇਹ ਇੱਕ ਡਾਇਗਰਾਮ ਹੈ। ਇਸ ਡਾਇਗਰਾਮ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੀ ਕੁਆਂਟਿਟੀ ਆਫ ਲੈਂਡ ਹੈ, ਜੇ ਅਸੀਂ ਫਰੋਮ ਦਾ ਹੋਲ ਇਕੋਨੋਮਿਕ ਪੁਆਇੰਟ ਆਫ ਵਿਊ, ਪੂਰੇ ਸਮੁੱਚੇ ਅਰਥ ਸ਼ਾਸਤਰ ਦੇ ਪੁਆਇੰਟ ਆਫ ਵਿਊ ਨਾਲ, ਆਰਥਿਕ ਅਰਥ ਸ਼ਾਸਤਰ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਪੂਰੀ ਅਰਥ ਵਿਵਸਥਾ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਤਾਂ ਜਿਹੜੀ ਭੂਮੀ ਦੀ ਜਿਹੜੀ ਪੂਰਤੀ ਹੈ ਉਹ ਸਥਿਰ ਹੈ। ਨਾ ਉਸ ਦੇ ਵਿੱਚ ਕਮੀ ਹੋ ਸਕਦੀ ਹੈ, ਨਾ ਉਸ ਦੇ ਵਿੱਚ ਵਾਧਾ ਹੋ ਸਕਦਾ। ਇਸ ਕਰਕੇ ਇਸ ਦੀ ਜਿਹੜੀ ਪੂਰਤੀ ਵਕਰ ਹੈ, ਇਸ ਦੀ ਜਿਹੜੀ ਸਪਲਾਈ ਕਰਵ ਹੈ, ਉਹ ਪਰਫੈਕਟਲੀ ਇਨਇਲਾਸਟਿਕ ਹੈ, ਪੂਰਨ ਤੌਰ ਤੇ ਬੇਲੋਚਦਾਰ ਹੈ। ਪੂਰਨ ਤੌਰ ਤੇ ਬੇਲੋਚਦਾਰ ਦਾ ਮਤਲਬ ਹੈ ਕਿ ਇਸ ਦੀ ਪੂਰਤੀ ਨੂੰ ਨਾ ਅਸੀਂ ਘਟਾ ਸਕਦੇ ਹਾਂ, ਨਾ ਅਸੀਂ ਵਧਾ ਸਕਦੇ ਹਾਂ। ਇਸ ਦੀ ਸਪਲਾਈ ਜਿਹੜੀ ਹੈ ਪੂਰਨ ਤੌਰ ਤੇ ਫਿਕਸਡ ਹੈ, ਸਥਿਰ ਹੈ। ਇਸੇ ਕਰਕੇ ਇਹ ਜਿਹੜੀ ਕਰਵ ਹੈ ਪੈਰਲਲ ਟੂ ਵਾਈ ਐਕਸਿਸ ਹੈ,
वाई एक्स के समानांतर इस एक कर्व है। ਜਿਹੜੀ ਡਾਊਨਵਰਡ ਸਲੋਪਿੰਗ ਕਰਵ ਹੈ, ਜਿਹੜੀ ਉੱਪਰ ਤੋਂ ਨੀਚੇ ਵੱਲ ਨੂੰ ਕਰਵ ਜਾਂਦੀ ਹੈ, ਇਹ ਭੂਮੀ ਦੀ ਮੰਗ ਵੱਖਰ ਹੈ। ਇੱਕ ਮੈਂ ਇੱਥੇ ਦੱਸਣਾ ਚਾਹਾਂਗਾ, ਜਿਹੜੀ ਡਰਾਈਵਡ ਡਿਮਾਂਡ ਕਰਵ ਫॉर ਲੈਂਡ ਲਿਖਿਆ ਹੋਇਆ ਨੀਚੇ, ਇਹ ਅਸੀਂ ਦੱਸਿਆ ਸੀਗਾ ਕਿ ਉਤਪਾਦਨ ਦੇ ਸਾਧਨਾਂ ਦੀ ਮੰਗ ਡਾਇਰੈਕਟ ਨਹੀਂ ਹੁੰਦੀ, ਪ੍ਰਤੱਖ ਨਹੀਂ ਹੁੰਦੀ, ਅਪ੍ਰਤੱਖ ਹੁੰਦੀ ਹੈ, ਵਿਉਤਪੰਨ ਹੁੰਦੀ ਹੈ। ਜਿਸ ਤਰ੍ਹਾਂ ਭੂਮੀ ਦੀ ਮੰਗ ਜਿਹੜੀ ਹੈ ਉਹ ਭੂਮੀ ਦੇ ਲਈ ਨਹੀਂ ਕੀਤੀ ਜਾਂਦੀ। ਭੂਮੀ ਦੀ ਮੰਗ ਜਿਹੜੀ ਘਟਨਾ ਵਧਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਭੂਮੀ 'ਤੇ ਅਸੀਂ ਕਿਹੜੀਆਂ ਵਸਤੂਆਂ ਪੈਦਾ ਕਰ ਰਹੇ ਹਾਂ। ਜਿਹੜੀਆਂ ਵਸਤੂਆਂ ਅਸੀਂ ਪੈਦਾ ਕਰ ਰਹੇ ਹਾਂ, ਸਪੋਜ਼ ਅਸੀਂ ਫਰੂਟਸ ਪੈਦਾ ਕਰ ਰਹੇ ਹਾਂ ਭੂਮੀ ਦੇ ਉੱਤੇ, ਜੇ ਫਰੂਟਸ ਦੀ ਡਿਮਾਂਡ ਜ਼ਿਆਦਾ ਹੋਏਗੀ, ਫਰੂਟਸ ਦੀ ਮੰਗ ਜ਼ਿਆਦਾ ਹੋਏਗੀ, ਤਾਂ ਭੂਮੀ ਦੀ ਮੰਗ ਵੀ ਜ਼ਿਆਦਾ ਹੋਏਗੀ। ਜੇ ਫਰੂਟ ਦੀ ਮੰਗ ਘੱਟ ਹੁੰਦੀ ਹੈ ਤਾਂ ਭੂਮੀ ਦੀ ਮੰਗ ਵੀ ਘੱਟ ਹੋਏਗੀ। ਤਾਂ ਭੂਮੀ ਦੀ ਮੰਗ ਜਿਹੜੀ ਹੈ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਫਰੂਟਸ ਦੀ ਡਿਮਾਂਡ ਜਿਹੜੀ ਹੈ, ਫਲਾਂ ਦੀ ਜਿਹੜੀ ਮੰਗ ਹੈ, ਉਹ ਕਿੰਨੀ ਘੱਟ ਹੈ ਜਾਂ ਕਿੰਨੀ ਜ਼ਿਆਦਾ, ਉਸ 'ਤੇ ਭੂਮੀ ਦੀ ਮੰਗ ਜਿਹੜੀ ਹੈ ਉਹ ਨਿਰਭਰ ਕਰਦੀ ਹੈ। ਤਾਂ ਹੁਣ ਭੂਮੀ ਦੀ ਮੰਗ ਅਤੇ ਭੂਮੀ ਦੀ ਪੂਰਤੀ ਜਿਸ ਬਿੰਦੂ 'ਤੇ ਘਟਦੀਆਂ ਨੇ ਉਹ ਇੱਕ ਸੰਤੁਲਨ ਦਾ ਬਿੰਦੂ ਹੈ। ਤਾਂ ਇਹ ਸੰਤੁਲਨ ਦੇ ਬਿੰਦੂ 'ਤੇ ਜੋ ਵੀ ਭੂਮੀ ਦੀ ਪ੍ਰਾਈਸ ਨਿਸ਼ਚਿਤ ਹੋਏਗੀ ਉਸ ਨੂੰ ਅਸੀਂ ਲਗਾਨ ਕਹਿੰਦੇ ਹਾਂ। ਇਸ ਲਗਾਨ ਦੇ ਵਿੱਚ ਕੋਈ ਘਾਟਾ ਜਾਂ ਵਾਧਾ ਨਹੀਂ ਹੋਏਗਾ। ਤਾਂ ਡਿਮਾਂਡ ਜਿਹੜੀ ਹੈ, ਡਿਮਾਂਡ ਅਤੇ ਸਪਲਾਈ ਦੇ ਬੇਸ 'ਤੇ ਭੂਮੀ ਦੀ ਜਿਹੜੀ ਭੂਮੀ 'ਤੇ ਜਿਹੜਾ ਲਗਾਨ ਹੈ ਉਹ ਨਿਸ਼ਚਿਤ ਹੋਏਗਾ। ਆਰ ਜਿਹੜਾ ਡੋਟ ਪਾਇਆ ਹੋਇਆ ਹੈ, ਇਸ ਦਾ ਮਤਲਬ ਇਹੀ ਹੈ ਕਿ ਇਸ ਇਕੁਇਲੀਬ੍ਰੀਅਮ ਪੁਆਇੰਟ 'ਤੇ ਜੋ ਰੈਂਟ ਫਿਕਸ ਹੋ ਗਿਆ ਉਸ ਦੇ ਵਿੱਚ ਕੋਈ ਚੇਂਜ ਨਹੀਂ ਹੋਣੀ। ਤਾਂ ਹੁਣ ਦੂਸਰਾ ਪੁਆਇੰਟ ਜਿਹੜਾ ਅਸੀਂ ਇਸ ਦੇ ਵਿੱਚ ਡਿਸਕਸ ਕਰਦੇ ਹਾਂ ਉਹ ਹੈ ਕਿ ਇਫੈਕਟਸ ਆਫ ਟੈਕਸ ਔਨ ਲੈਂਡ ਯੂਜ਼, ਕਿ ਕਰਾਂ ਦਾ ਭੂਮੀ 'ਤੇ ਕੀ ਪ੍ਰਭਾਵ ਪੈਂਦਾ। ਜੇ ਸਰਕਾਰ ਲੈਂਡ ਦੀ ਇਨਕਮ ਦੇ ਉੱਤੇ, ਭੂਮੀ 'ਤੇ ਜੋ ਅਸੀਂ ਲਗਾਨ ਦਿੰਦੇ ਹਾਂ, ਉਸ ਲਗਾਨ 'ਤੇ ਜੇ ਸਰਕਾਰ ਟੈਕਸ ਲਗਾ ਦਿੰਦੀ ਹੈ ਤਾਂ ਇਹਦਾ ਮਤਲਬ ਕਿ ਉਹ ਲਗਾਨ 'ਤੇ ਜਿਹੜਾ ਟੈਕਸ ਹੈ ਉਹ ਭੂਮੀ ਦੇ ਮਾਲਕ ਨੂੰ ਦੇਣਾ ਪਏਗਾ। ਤਾਂ ਜੇ ਲਗਾਨ 'ਤੇ ਟੈਕਸ ਲੱਗਦਾ ਹੈ ਤਾਂ ਉਹ ਟੈਕਸ ਦਾ ਭੁਗਤਾਨ ਭੂਮੀ ਦੇ ਮਾਲਕ ਨੂੰ ਹੀ ਦੇਣਾ ਪਏਗਾ ਆਪਣੀ ਇਨਕਮ ਦੇ ਵਿੱਚੋਂ। ਲੇਕਿਨ ਲਗਾਨ ਦੀ ਡਿਟਰਮੀਨੇਸ਼ਨ ਦੇ ਵਿੱਚ, ਲਗਾਨ ਦੇ ਨਿਰਧਾਰਨ ਦੇ ਵਿੱਚ ਇਸ 'ਤੇ ਕੋਈ ਅਸਰ ਨਹੀਂ ਹੋਏਗਾ। ਇਸ 7.2 ਡਾਇਗਰਾਮ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਪਲਾਈ ਕਰਵ ਜਿਹੜੀ ਹੈ ਉਹ ਤਾਂ ਫਿਕਸ ਹੋਏਗੀ। D1 ਜਿਹੜੀ ਡਿਮਾਂਡ ਕਰਵ ਹੈ E1 ਬਿੰਦੂ 'ਤੇ ਘਟਦੀ ਹੈ। E1 ਬਿੰਦੂ 'ਤੇ ਜਦੋਂ ਘਟਦੀ ਹੈ ਤਾਂ ਇਸ ਦਾ ਮਤਲਬ ਇਹ ਓਰੀਜਨਲ ਡਿਮਾਂਡ ਹੈ, ਇਸ 'ਤੇ ਲਗਾਨ ਜਿਹੜਾ ਹੈ ਉਹ ਭੂਮੀ ਦਾ ਨਿਸ਼ਚਿਤ ਹੋ ਗਿਆ। ਹੁਣ ਜੇ ਸਰਕਾਰ ਟੈਕਸ ਲਗਾਉਂਦੀ ਹੈ ਤਾਂ ਉਸ ਟੈਕਸ ਲੱਗਣ ਦੇ ਨਾਲ ਭੂਮੀ ਦੀ ਡਿਮਾਂਡ ਦੇ ਉੱਤੇ ਜਾਂ ਭੂਮੀ ਦੀ ਸਪਲਾਈ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ। ਸਪਲਾਈ ਤਾਂ ਫਿਕਸਡ ਹੀ ਹੈ, ਭੂਮੀ ਦੀ ਡਿਮਾਂਡ ਦੇ ਉੱਤੇ ਵੀ ਕੋਈ ਅਸਰ ਨਹੀਂ ਹੋਏਗਾ। ਕਿਉਂ? ਕਿਉਂਕਿ ਭੂਮੀ ਦੀ ਜਿਹੜੀ ਸਪਲਾਈ ਹੈ, ਪੂਰਤੀ ਜਿਹੜੀ ਹੈ ਉਹ ਕੀ ਹੈ, ਸਥਿਰ ਹੈ। ਹਾਂ, ਜਦੋਂ ਟੈਕਸ ਲੱਗਦਾ ਹੈ ਤਾਂ ਜਿਹੜੀ ਲੈਂਡ ਓਨਰਸ ਨੇ, ਭੂਮੀ ਦੇ ਮਾਲਕ ਨੇ, ਆਊਟ ਆਫ ਦੇਅਰ ਇਨਕਮ, ਆਪਣੀ ਇਨਕਮ ਦੇ ਵਿੱਚੋਂ, ਆਪਣੀ ਆਮਦਨ ਦੇ ਵਿੱਚੋਂ ਟੈਕਸ ਦਾ ਭੁਗਤਾਨ ਸਰਕਾਰ ਨੂੰ ਕਰਨਗੇ। ਤਾਂ E1 E2 ਜਿਹੜਾ ਇੰਪੈਕਟ ਹੈ ਟੈਕਸ ਦਾ ਉਹ ਇਹ ਹੋਣਾ ਹੈ ਕਿ ਆਊਟ ਆਫ ਦੇਅਰ ਇਨਕਮ ਦੇ ਆਰ ਸਪੋਜ਼ ਟੂ ਪੇ ਦਾ ਟੈਕਸ, ਅਤੇ ਜਿਹੜਾ ਰੈਂਟ ਦੀ ਡਿਟਰਮੀਨੇਸ਼ਨ ਹੈ ਦੈਟ ਵਿਲ ਰਿਮੇਨ ਦਾ ਸੇਮ। ਇਹ ਲਗਾਨ ਦਾ ਨਿਰਧਾਰਨ ਹੈ ਉਹ ਕੀ ਹੈ, ਸਮਾਨ ਰਹੇਗਾ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਥਿਊਰੀਜ਼ ਆਫ ਰੈਂਟ, ਲਗਾਨ ਦੇ ਸਿਧਾਂਤ। ਲਗਾਨ ਦੇ ਵੱਖਰੇ ਵੱਖਰੇ ਸਿਧਾਂਤ ਨੇ। ਇਹਨਾਂ ਵਿੱਚੋਂ ਜਿਹੜੀ ਪਹਿਲਾ ਸਿਧਾਂਤ ਅਸੀਂ ਡਿਸਕਸ ਕਰਦੇ ਹਾਂ ਉਹ ਹੈ ਰਿਕਾਰਡੀਅਨ ਥਿਊਰੀ ਆਫ ਰੈਂਟ, ਜਿਹਨੂੰ ਅਸੀਂ ਰਿਕਾਰਡੋਸ ਥਿਊਰੀ ਆਫ ਰੈਂਟ ਵੀ ਕਹਿ ਦਿੰਦੇ ਹਾਂ। ਡੇਵਿਡ ਰਿਕਾਰਡੋ ਇੱਕ ਬਹੁਤ ਹੀ ਐਮੀਨੈਂਟ ਇਕੋਨੋਮਿਸਟ ਸੀਗੇ। ਉਹਨਾਂ ਨੇ ਤਰਤੀਬਵਾਰ ਇਸ ਸਿਧਾਂਤ ਨੂੰ ਆਪਣੀ ਕਿਤਾਬ ਪ੍ਰਿੰਸੀਪਲਸ ਆਫ ਪੋਲੀਟੀਕਲ ਇਕੋਨਮੀ ਐਂਡ ਟੈਕਸੇਸ਼ਨ, ਇਹ ਕਿਤਾਬ ਦਾ ਟਾਈਟਲ ਸੀਗਾ ਪ੍ਰਿੰਸੀਪਲਸ ਆਫ ਪੋਲੀਟੀਕਲ ਇਕੋਨਮੀ ਐਂਡ ਟੈਕਸੇਸ਼ਨ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਲਗਾਨ ਦਾ ਇੱਕ ਸਿਧਾਂਤ ਦਿੱਤਾ ਜਿਸ ਨੂੰ ਅਸੀਂ ਰਿਕਾਰਡੀਅਨ ਥਿਊਰੀ ਆਫ ਰੈਂਟ ਕਹਿੰਦੇ ਹਾਂ। ਉਹਨਾਂ ਨੇ ਆਪਣੇ ਪੂਰੇ ਸਿਧਾਂਤ ਨੂੰ
ਦੋ ਹਿੱਸਿਆਂ ਵਿੱਚ ਵੰਡਿਆ, ਵਿਸ਼ਾਲ ਖੇਤੀ ਅਤੇ ਗਹਿਨ ਖੇਤੀ, ਜਿਹਨੂੰ ਅਸੀਂ ਐਕਸਟੈਂਸਿਵ ਕਲਟੀਵੇਸ਼ਨ ਅਤੇ ਇੰਟੈਂਸਿਵ ਕਲਟੀਵੇਸ਼ਨ ਕਹਿੰਦੇ ਹਾਂ। ਲੇਕਿਨ ਐਕਸਟੈਂਸਿਵ ਕਲਟੀਵੇਸ਼ਨ ਅਤੇ ਇੰਟੈਂਸਿਵ ਕਲਟੀਵੇਸ਼ਨ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਰਿਕਾਰਡੋ ਦੇ ਮੁਤਾਬਕ ਲਗਾਨ ਦੀ ਪਰਿਭਾਸ਼ਾ ਕੀ ਹੈ। ਰਿਕਾਰਡੋ ਦੇ ਮੁਤਾਬਕ ਲਗਾਨ ਕੀ ਹੁੰਦਾ ਹੈ? ਭੂਮੀ ਦਾ ਇੱਕ ਨਿਸ਼ਚਿਤ ਸਮੇਂ ਦੇ ਲਈ ਪ੍ਰਯੋਗ ਕਰਨ ਦੇ ਬਦਲੇ, ਭੂਮੀ ਦਾ ਇੱਕ ਨਿਸ਼ਚਿਤ ਸਮੇਂ ਦੇ ਲਈ ਪ੍ਰਯੋਗ ਕਰਨ ਦੇ ਬਦਲੇ, ਜਾਂ ਐਵੇਂ ਕਹਿ ਸਕਦੇ ਹਾਂ ਭੂਮੀ ਦੀ ਅਨਾਸ਼ਵਾਨ ਅਤੇ ਮੌਲਿਕ ਸ਼ਕਤੀਆਂ ਦਾ ਪ੍ਰਯੋਗ ਕਰਨ ਦੇ ਬਦਲੇ ਭੂਮੀ ਦੇ ਮਾਲਕ ਨੂੰ ਉਪਜ ਦਾ ਜਿਹੜਾ ਭਾਗ ਦਿੱਤਾ ਜਾਂਦਾ ਹੈ, ਉਤਪਾਦਨ ਦਾ ਜਿਹੜਾ ਭਾਗ ਦਿੱਤਾ ਜਾਂਦਾ ਹੈ, ਉਸ ਨੂੰ ਲਗਾਨ ਕਹਿੰਦੇ ਹਨ। ਤਾਂ ਇਸ ਡੈਫੀਨੇਸ਼ਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਅਜੰਪਸ਼ਨਸ ਮੰਨ ਲਈਆਂ, ਜਿਹੜੀਆਂ ਕਿ ਆਪਾਂ ਅਜੰਪਸ਼ਨਸ ਦੇ ਵਿੱਚ, ਮਾਨਤਾਵਾਂ ਦੇ ਵਿੱਚ ਡਿਸਕਸ ਕਰਾਂਗੇ। ਇਸ ਡੈਫੀਨੇਸ਼ਨ ਨੂੰ ਮੈਂ ਫਿਰ ਇੱਕ ਵਾਰੀ ਫਿਰ ਕਰਦਾ ਹਾਂ ਕਿ ਭੂਮੀ ਦੀਆਂ ਮੌਲਿਕ ਅਤੇ ਅਨਾਸ਼ਵਾਨ ਸ਼ਕਤੀਆਂ ਦਾ ਪ੍ਰਯੋਗ ਕਰਨ ਦੇ ਨਿਸ਼ਚਿਤ ਸਮੇਂ ਦੇ ਲਈ ਪ੍ਰਯੋਗ ਕਰਨ ਦੇ ਬਦਲੇ ਭੂਮੀ ਦੇ ਮਾਲਕ ਨੂੰ ਉਪਜ ਦਾ ਜਿਹੜਾ ਭਾਗ ਦਿੱਤਾ ਜਾਂਦਾ ਹੈ, ਉਸ ਨੂੰ ਰਿਕਾਰਡੋ ਨੇ ਲਗਾਨ ਕਿਹਾ। ਤਾਂ ਰਿਕਾਰਡੋ ਦੇ ਮੁਤਾਬਕ ਰਿਕਾਰਡੋ ਨੇ ਆਪਣੇ ਸਿਧਾਂਤ ਦੇ ਵਿੱਚ ਕੁਝ ਅਜੰਪਸ਼ਨਸ, ਕੁਝ ਮਾਨਤਾਵਾਂ ਲਈਆਂ। ਉਹ ਮਾਨਤਾਵਾਂ ਇਹ ਨੇ, ਉਹਨਾਂ ਦੇ ਮੁਤਾਬਕ ਭੂਮੀ ਕਈ ਤਰ੍ਹਾਂ ਦੀ ਪਾਈ ਜਾਂਦੀ ਹੈ, ਜਿਨ੍ਹਾਂ ਦੀ ਉਤਪਾਦਨ ਕਰਨ ਦੀ ਸ਼ਕਤੀ, ਫਰਟੀਲਿਟੀ ਆਫ ਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ, ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਦੇ ਵਿੱਚ ਅੰਤਰ ਹੁੰਦਾ। ਕੋਈ ਭੂਮੀ ਵੱਧ ਉਪਜਾਊ ਹੁੰਦੀ ਹੈ, ਕੋਈ ਭੂਮੀ ਘੱਟ ਉਪਜਾਊ ਹੁੰਦੀ ਹੈ। ਅਤੇ ਜਿਹੜਾ ਉਤਪਾਦਕ ਹੈ ਉਹ ਭੂਮੀ ਦਾ ਪ੍ਰਯੋਗ ਜਿਹੜਾ ਹੈ ਇਸ ਦੀ ਉਪਜਾਊ ਸ਼ਕਤੀ ਦੇ ਅਨੁਸਾਰ ਕਰੇਗਾ। ਕਹਿਣ ਦਾ ਮਤਲਬ ਜਿਹੜੀ ਵੱਧ ਉਪਜਾਊ ਜ਼ਮੀਨ ਹੈ ਉਸ ਨੂੰ ਉਹ ਪਹਿਲਾਂ ਇਸਤੇਮਾਲ ਕਰੇਗਾ, ਜਿਹੜੀ ਉਸ ਤੋਂ ਘੱਟ ਉਪਜਾਊ ਜ਼ਮੀਨ ਹੈ ਉਸ ਨੂੰ ਉਸ ਤੋਂ ਬਾਅਦ ਯੂਜ਼ ਕਰੇਗਾ, ਜਿਹੜੀ ਉਸ ਤੋਂ ਤੀਜੇ ਨੰਬਰ ਤੇ ਜਿਹੜੀ ਉਪਜਾਊ ਸ਼ਕਤੀ ਹੈ, ਉਪਜਾਊ ਸ਼ਕਤੀ ਵਾਲੀ ਭੂਮੀ ਹੈ, ਉਸ ਨੂੰ ਤੀਜੇ ਨੰਬਰ ਤੇ ਯੂਜ਼ ਕਰੇਗਾ। ਇਸ ਤਰ੍ਹਾਂ ਹੀ ਉਹ ਮੰਨਦਾ ਹੈ ਕਿ ਪੂਰੇ ਸਮੁੱਚੇ ਅਰਥ ਵਿਵਸਥਾ ਦੇ ਪੁਆਇੰਟ ਆਫ ਵਿਊ ਨਾਲ, ਪੂਰੀ ਸਮੁੱਚੀ ਅਰਥ ਵਿਵਸਥਾ ਦੇ ਦ੍ਰਿਸ਼ਟੀਕੋਣ ਤੋਂ ਭੂਮੀ ਦੀ ਜਿਹੜੀ ਪੂਰਤੀ ਹੈ, ਸਪਲਾਈ ਹੈ, ਉਹ ਕੀ ਹੈ? ਸਥਿਰ ਹੈ। ਇਸ ਦੇ ਵਿੱਚ ਕੋਈ ਘਾਟਾ ਵਾਧਾ ਨਹੀਂ ਹੁੰਦਾ। ਤੇ ਤੀਸਰੀ ਜਿਹੜੀ ਮਾਨਤਾ ਉਹ ਮੰਨਦੇ ਨੇ ਕਿ ਭੂਮੀ ਦਾ ਸਿਰਫ ਇੱਕੋ ਹੀ ਪ੍ਰਯੋਗ ਹੈ ਜਿਸ ਨੂੰ ਅਸੀਂ ਖੇਤੀ ਦੇ ਲਈ ਯੂਜ਼ ਕਰਦੇ ਹਾਂ। ਅਸੀਂ ਕਿਸੇ ਹੋਰ ਉਦੇਸ਼ ਦੇ ਲਈ, ਕਿਸੇ ਹੋਰ ਪਰਪਸ ਦੇ ਲਈ ਭੂਮੀ ਦਾ ਇਸਤੇਮਾਲ ਨਹੀਂ ਕਰ ਸਕਦੇ ਜਾਂ ਕਰਦੇ। ਸਿਰਫ ਇੱਕੋ ਹੀ ਯੂਜ਼ ਹੈ ਭੂਮੀ ਦਾ, ਉਹ ਹੈ ਇਸ ਤੇ ਖੇਤੀ ਕਰਨਾ। ਅਤੇ ਫਿਰ ਉਹ ਮੰਨਦੇ ਨੇ, ਰਿਕਾਰਡੋ ਮੰਨਦੇ ਨੇ ਕਿ ਜਿਸ ਬਾਜ਼ਾਰ ਦੇ ਵਿੱਚ ਉਤਪਾਦਨ ਨੂੰ ਵੇਚਿਆ ਜਾਂਦਾ ਹੈ ਉਸ ਬਾਜ਼ਾਰ ਦੇ ਵਿੱਚ ਪੂਰਨ ਪ੍ਰਤੀਯੋਗਿਤਾ ਦੀ ਹਾਲਤ ਪਾਈ ਜਾਂਦੀ ਹੈ। ਪਰਫੈਕਟ ਕੰਪੀਟੀਸ਼ਨ ਜਿਹੜਾ ਹੈ ਬਾਜ਼ਾਰ ਦੇ ਵਿੱਚ ਉਪਲਬਧ ਹੁੰਦਾ। ਫਿਰ ਉਹ ਮੰਨਦੇ ਨੇ ਕਿ ਖੇਤੀਬਾੜੀ ਤੇ ਘਟਦੇ ਪ੍ਰਤੀਫਲ ਦਾ ਨਿਯਮ ਲਾਗੂ ਹੁੰਦਾ। ਘਟਦੇ ਪ੍ਰਤੀਫਲ ਦੇ ਨਿਯਮ ਤੋਂ ਭਾਵ ਕੀ ਹੈ ਕਿ ਇੱਕ ਜ਼ਮੀਨ ਦੇ ਟੁਕੜੇ ਤੇ ਜਦੋਂ ਅਸੀਂ ਵੱਧ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਲਗਾਉਂਦੇ ਹਾਂ ਤਾਂ ਲਗਾਤਾਰ ਸੀਮਾਂਤ ਉਤਪਾਦਨ ਕੀ ਹੈ? ਘਟਦਾ ਜਾਂਦਾ ਹੈ, ਜਾਂ ਕੁੱਲ ਉਤਪਾਦਨ ਵਿੱਚ ਵਾਧਾ ਘਟਦੀ ਹੋਈ ਦਰ ਨਾਲ। ਫਿਰ ਇੱਕ ਜਿਹੜੀ ਅਜੰਪਸ਼ਨ ਉਹ ਮੰਨਦੇ ਨੇ ਕਿ ਇੱਕ ਸੀਮਾਂਤ ਭੂਮੀ ਜਾਂ ਨੋ ਰੈਂਟ ਲੈਂਡ, ਜਾਂ ਜਿਹਨੂੰ ਅਸੀਂ ਮਾਰਜਨਲ ਲੈਂਡ ਵੀ ਕਹਿ ਦਿੰਦੇ ਹਾਂ, ਉਹ ਭੂਮੀ ਪਾਈ ਜਾਂਦੀ ਹੈ। ਇਹ ਸੀਮਾਂਤ ਭੂਮੀ ਜਾਂ ਨੋ ਰੈਂਟ ਲੈਂਡ ਕੀ ਹੁੰਦੀ ਹੈ ਕਿ ਇੱਕ ਇਸ ਤਰ੍ਹਾਂ ਦੀ ਜ਼ਮੀਨ ਵੀ, ਇਸ ਤਰ੍ਹਾਂ ਦੀ ਭੂਮੀ ਪਾਈ ਜਾਂਦੀ ਹੈ ਜਿਸ ਤੇ ਜਿੰਨਾ ਕੁ ਲਾਗਤ ਆਉਂਦੀ ਹੈ ਉਹਨਾਂ ਦੀ ਉਤਪਾਦਨ, ਮਤਲਬ ਕਿ ਇਸ ਤਰ੍ਹਾਂ ਦੀ ਭੂਮੀ ਦਾ ਪ੍ਰਯੋਗ ਕਰਨ ਦੇ ਬਦਲੇ ਅਤੇ ਫਿਰ ਉਹ ਮੰਨਦੇ ਨੇ ਕਿ ਜਿਹੜੀ ਭੂਮੀ ਦੀ ਜਿਹੜੀ ਓਰੀਜਨਲ ਐਂਡ ਇੰਡਿਸਟਰਕਟੀਬਲ ਪਾਵਰ ਆਫ ਸੋਇਲ ਹੁੰਦੀ ਹੈ, ਮਤਲਬ ਦਾ ਪਾਵਰ ਆਫ ਸੋਇਲ ਇਜ਼ ਓਰੀਜਨਲ ਐਂਡ ਇੰਡਿਸਟਰਕਟੀਬਲ। ਓਰੀਜਨਲ ਐਂਡ ਇੰਡਿਸਟਰਕਟੀਬਲ ਦਾ ਕੀ ਮਤਲਬ ਹੈ ਕਿ ਭੂਮੀ ਦੀ ਕੁਝ ਆਰੰਭਿਕ ਜਾਂ ਮੌਲਿਕ ਉਤਪਾਦਨ ਸ਼ਕਤੀਆਂ ਨੇ। ਇਸ ਮੌਲਿਕ ਅਤੇ ਆਰੰਭਿਕ ਉਤਪਾਦਨ ਸ਼ਕਤੀਆਂ ਨੂੰ ਨਾ ਅਸੀਂ ਨਸ਼ਟ ਕਰ ਸਕਦੇ ਹਾਂ, ਨਾ ਅਸੀਂ ਇਹਦੇ ਵਿੱਚ ਵਾਧਾ ਕਰ ਸਕਦੇ। ਇਹ ਦੋ ਅਜੰਪਸ਼ਨ ਜਿਹੜੀਆਂ ਨੇ, ਅਜੰਪਸ਼ਨ ਓਰੀਜਨਲ ਮਤਲਬ ਕਿ ਬਿਨਾਂ ਕਿਸੇ ਖਾਦ ਬੀਜ ਤੋਂ
ਇਸ ਜ਼ਮੀਨ ਤੇ ਕੁਛ ਨਾ ਕੁਛ ਅਸੀਂ ਉਗਾ ਸਕਦੇ ਹਾਂ, ਕੁਛ ਨਾ ਕੁਛ ਅਸੀਂ ਕਲਟੀਵੇਟ ਕਰ ਸਕਦੇ ਹਾਂ। ਅਤੇ ਜਿਹੜੀ ਇਹ ਉਪਜਾਊ ਸ਼ਕਤੀ ਹੈ, ਇਹ ਅਨਾਸ਼ਵਾਨ ਹੈ, ਇਸ ਨੂੰ ਅਸੀਂ ਸਮਾਪਤ ਨਹੀਂ ਕਰ ਸਕਦੇ। ਅਤੇ ਫਿਰ ਉਹ ਮੰਨਦੇ ਨੇ ਕਿ ਜਨਸੰਖਿਆ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾਂਦੀ ਹੈ, ਅਤੇ ਜਿਉਂ-ਜਿਉਂ ਜਨਸੰਖਿਆ ਵੱਧਦੀ ਜਾਂਦੀ ਹੈ ਤਾਂ ਖੇਤੀਬਾੜੀ ਜ਼ਮੀਨ ਤੇ ਜਿਹੜਾ ਉਤਪਾਦਨ ਹੁੰਦਾ ਹੈ ਖੇਤੀਬਾੜੀ ਵਸਤੂਆਂ ਦਾ, ਉਸ ਦੀ ਮੰਗ ਵਿੱਚ ਵੀ ਵਾਧਾ ਹੁੰਦਾ ਹੈ। ਤਾਂ ਇਹ ਕੁਝ ਅਜੰਪਸ਼ਨ ਸੀਗੀਆਂ ਜਿਹੜੀਆਂ ਕਿ ਅਸੀਂ ਫਿਰ ਡਿਸਕਸ ਕਰ ਸਕਦੇ ਹਾਂ ਮੋਟੇ ਤੌਰ ਤੇ। ਉਹ ਮੰਨਦੇ ਨੇ ਕਿ ਦੇਰ ਇਜ਼ ਡਿਫਰੈਂਸ ਇਨ ਦਾ ਫਰਟੀਲਿਟੀ ਆਫ ਲੈਂਡ, ਅਤੇ ਉਤਪਾਦਨ ਉਹ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਅੰਤਰ ਹੁੰਦਾ ਹੈ, ਅਤੇ ਜ਼ਮੀਨ ਦਾ ਪ੍ਰਯੋਗ ਜਿਹੜਾ ਹੈ ਉਸ ਦੀ ਉਪਜਾਊ ਸ਼ਕਤੀ ਦੇ ਅਨੁਸਾਰ ਕੀਤਾ ਜਾਂਦਾ ਹੈ। ਮਤਲਬ ਪਹਿਲਾਂ ਵੱਧ ਉਪਜਾਊ ਸ਼ਕਤੀ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ। ਅਤੇ ਕੋਈ ਇੱਕ ਮਾਰਜਨ ਲੈਂਡ ਵੀ ਹੁੰਦੀ ਹੈ ਜਿਸ ਭੂਮੀ ਦਾ ਪ੍ਰਯੋਗ ਕਰਨ ਦੇ ਵੱਲੇ ਕੋਈ ਲਗਾਨ ਨਹੀਂ ਦਿੱਤਾ ਜਾਂਦਾ, ਅਤੇ ਘਟਦੇ ਪ੍ਰਤੀਫਲ ਦਾ ਨਿਯਮ ਜਿਹੜਾ ਹੈ ਉਹ ਲਾਗੂ ਹੁੰਦਾ ਹੈ। ਅਤੇ ਭੂਮੀ ਦੀਆਂ ਕੁਝ ਮੌਲਿਕ ਅਤੇ ਅਨਾਸ਼ਵਾਨ ਸ਼ਕਤੀਆਂ ਹੁੰਦੀਆਂ। ਇਹ ਮੌਲਿਕ ਸ਼ਕਤੀਆਂ ਨੂੰ ਅਸੀਂ ਸਮਾਪਤ ਨਹੀਂ ਕਰ ਸਕਦੇ, ਅਸੀਂ ਨਸ਼ਟ ਨਹੀਂ ਕਰ ਸਕਦੇ, ਇਹ ਅਵਿਨਾਸ਼ੀ ਹੈ। ਅਤੇ ਭੂਮੀ ਦੇ ਸਿਰਫ ਇੱਕੋ ਹੀ ਭੂਮੀ ਦਾ ਸਿਰਫ ਇੱਕੋ ਹੀ ਪ੍ਰਯੋਗ ਹੈ ਕਿ ਅਸੀਂ ਸਿਰਫ ਇਸ ਤੇ ਖੇਤੀ ਕਰ ਸਕਦੇ ਹਾਂ, ਇਸ ਦਾ ਕੋਈ ਹੋਰ ਪ੍ਰਯੋਗ ਅਸੀਂ ਨਹੀਂ ਕਰ ਸਕਦੇ। ਅਤੇ ਜਨਸੰਖਿਆ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾਂਦੀ। ਤਾਂ ਇਹ ਕੁਝ ਮਾਨਤਾਵਾਂ ਸੀਗੀਆਂ ਜਿਹੜੀਆਂ ਕਿ ਰਿਕਾਰਡੋ ਨੇ ਆਪਣੇ ਸਿਧਾਂਤ ਦੇ ਵਿੱਚ ਯੂਜ਼ ਕੀਤੀਆਂ। ਤਾਂ ਹੁਣ ਅਸੀਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੇ ਹਾਂ। ਰਿਕਾਰਡੋ ਨੇ ਆਪਣੇ ਸਿਧਾਂਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ, ਇਹਨੂੰ ਅਸੀਂ ਡਿਸਕਸ ਕਰ ਸਕਦੇ ਹਾਂ, ਐਕਸਟੈਂਸਿਵ ਕਲਟੀਵੇਸ਼ਨ ਐਂਡ ਇੰਟੈਂਸਿਵ ਕਲਟੀਵੇਸ਼ਨ। ਤਾਂ ਐਕਸਟੈਂਸਿਵ ਕਲਟੀਵੇਸ਼ਨ ਦਾ ਮਤਲਬ ਕੀ ਹੈ ਕਿ ਜੇ ਉਤਪਾਦਨ ਨੂੰ ਵਧਾਉਣ ਦੇ ਲਈ ਜ਼ਮੀਨ ਦਾ ਪ੍ਰਯੋਗ ਅਸੀਂ ਜ਼ਿਆਦਾ ਕਰੀਏ ਅਤੇ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਕੀ ਰੱਖੀਏ, ਸਥਿਰ ਰੱਖੀਏ। ਮਤਲਬ ਉਤਪਾਦਨ ਨੂੰ ਵਧਾਉਣ ਦੇ ਲਈ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਨੂੰ ਸਥਿਰ ਰੱਖ ਕੇ, ਉਹਦੇ ਵਿੱਚ ਕੋਈ ਤੇ ਚੇਂਜਿਸ ਨਾ ਕਰਕੇ, ਉਹਨਾਂ ਨੂੰ ਫਿਕਸਡ ਰੱਖ ਕੇ, ਸਥਿਰ ਰੱਖ ਕੇ ਜੇ ਉਤਪਾਦਨ ਨੂੰ ਵਧਾਉਣਾ ਹੈ ਤਾਂ ਅਸੀਂ ਵੱਧ ਜ਼ਮੀਨ ਦਾ ਜੇ ਇਸਤੇਮਾਲ ਕਰੀਏ, ਮਤਲਬ ਕਿ ਜਿਸ ਤਰ੍ਹਾਂ 1 ਏਕੜ, ਫਿਰ 2 ਏਕੜ, ਫਿਰ 3 ਏਕੜ, ਫਿਰ 4 ਏਕੜ ਜ਼ਮੀਨ ਦਾ ਇਸਤੇਮਾਲ ਕਰੀਏ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਵਿਸ਼ਾਲ ਖੇਤੀ। ਅਤੇ ਜਿੱਥੇ ਤੱਕ ਇੰਟੈਂਸਿਵ ਕਲਟੀਵੇਸ਼ਨ ਦੀ ਗੱਲ ਹੈ, ਇੰਟੈਂਸਿਵ ਕਲਟੀਵੇਸ਼ਨ ਤੋਂ ਕੀ ਮਤਲਬ ਹੈ, ਜਦੋਂ ਇੱਕ ਨਿਸ਼ਚਿਤ ਜ਼ਮੀਨ ਦੇ ਉੱਤੇ, ਇੱਕ ਸਥਿਰ ਜ਼ਮੀਨ ਦੇ ਉੱਤੇ ਜਦੋਂ ਜ਼ਮੀਨ ਦੀ ਸਪਲਾਈ ਨੂੰ ਅਸੀਂ ਸਥਿਰ ਰੱਖੀਏ ਤਾਂ ਉਤਪਾਦਨ ਨੂੰ ਵਧਾਉਣ ਦੇ ਲਈ ਅਸੀਂ ਵੱਧ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਦਾ ਇਸਤੇਮਾਲ ਕਰੀਏ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਇੰਟੈਂਸਿਵ ਕਲਟੀਵੇਸ਼ਨ ਜਾਂ ਅਸੀਂ ਗਹਿਨ ਖੇਤੀ। ਤਾਂ ਐਕਸਟੈਂਸਿਵ ਕਲਟੀਵੇਸ਼ਨ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ। ਇਸ ਟੇਬਲ ਦੇ ਆਧਾਰ ਤੇ ਆਪਾਂ ਇਸ ਨੂੰ ਡਿਸਕਸ ਕਰ ਸਕਾਂਗੇ। ਉਹ ਮੰਨਦਾ ਹੈ ਇਸ ਟੇਬਲ ਦੇ ਵਿੱਚ, ਟੇਬਲ ਦੇ ਅਨੁਸਾਰ ਅਸੀਂ ਮੰਨ ਲਈਏ ਕਿ ਮੰਨ ਲਓ ਕਿਸੇ ਇੱਕ ਟਾਪੂ ਦੇ ਉੱਤੇ, ਆਈਲੈਂਡ ਦੇ ਉੱਤੇ 4 ਤਰ੍ਹਾਂ ਦੀ ਜ਼ਮੀਨ ਹੈ, A, B, C ਅਤੇ D। ਇਹ ਭੂਮੀ ਜਿਹੜੀ ਹੈ ਸਭ ਤੋਂ ਵੱਧ ਉਪਜਾਊ ਹੈ, B ਭੂਮੀ ਉਸ ਤੋਂ ਘੱਟ ਉਪਜਾਊ ਹੈ, C ਭੂਮੀ ਉਸ ਤੋਂ ਘੱਟ ਉਪਜਾਊ ਹੈ, ਅਤੇ D ਜਿਹੜੀ ਹੈ ਸਭ ਤੋਂ ਘੱਟ ਉਪਜਾਊ ਭੂਮੀ ਹੈ। ਅਤੇ D ਭੂਮੀ ਨੂੰ ਅਸੀਂ ਮਾਰਜਨਲ ਲੈਂਡ ਕਹਿ ਸਕਦੇ ਹਾਂ, ਸੀਮਾਂਤ ਭੂਮੀ ਕਹਿ ਸਕਦੇ ਹਾਂ। ਅਰਥਾਤ ਇਸ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਭੂਮੀ ਦੇ ਮਾਲਕ ਨੂੰ ਕੋਈ ਲਗਾਨ, ਕੋਈ ਕਿਰਾਇਆ, ਕੋਈ ਪ੍ਰਾਈਸ ਨਹੀਂ ਦੇਣੀ ਪੈਂਦੀ। ਕਿਉਂ ਨਹੀਂ ਦੇਣੀ ਪੈਂਦੀ? ਕਿਉਂਕਿ ਇਸ ਤੇ ਜਿੰਨਾ ਉਤਪਾਦਨ ਹੁੰਦਾ ਹੈ ਉਨਾ ਹੀ ਇਸ ਤੇ ਖਰਚਾ ਆ ਜਾਂਦਾ। ਇਸ ਕਰਕੇ ਇਸ ਨੂੰ ਅਸੀਂ ਨੋ ਰੈਂਟ ਲੈਂਡ ਕਹਿੰਦੇ ਹਾਂ। ਹੁਣ ਇਹਨਾਂ ਭੂਮੀ ਦੇ ਉੱਤੇ ਜੇ ਅਸੀਂ ਸਥਿਰ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਨੂੰ ਕੰਮ ਤੇ ਲਗਾਈਏ, ਉਤਪਾਦਨ ਤੇ ਲਗਾਈਏ, ਤਾਂ ਜਿਸ ਤਰ੍ਹਾਂ ਕਿ ਰਿਕਾਰਡੋ ਨੇ ਆਪਣੀ ਮਾਨਤਾਵਾਂ ਦੇ ਵਿੱਚ ਲਿਆ ਹੈ, ਉਹਨਾਂ ਦੇ ਮੁਤਾਬਕ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵਧੀਆ ਜਾਂ ਸਭ ਤੋਂ ਵੱਧ ਉਪਜਾਊ ਭੂਮੀ ਨੂੰ ਇਸਤੇਮਾਲ ਕਰਾਂਗੇ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ, ਅਤੇ ਫਿਰ ਸਭ ਤੋਂ ਘਟੀਆ ਜ਼ਮੀਨ ਨੂੰ ਇਸਤੇਮਾਲ ਕਰਾਂਗੇ। ਜੇ ਅਸੀਂ ਸਭ ਤੋਂ ਵੱਧ ਉਪਜਾਊ ਜ਼ਮੀਨ ਨੂੰ ਇਸਤੇਮਾਲ ਕਰਦੇ ਹਾਂ
ਤਾਂ ਉਹਨਾਂ ਦੇ ਮੁਤਾਬਕ ਇਸ ਉਦਾਹਰਨ ਦੇ ਵਿੱਚ 10 ਕੁਇੰਟਲ ਅਨਾਜ ਪੈਦਾ ਹੁੰਦਾ ਹੈ ਅਤੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਕੋਸਟ ਆਫ ਲੇਬਰ ਐਂਡ ਕੈਪੀਟਲ, ਮਜ਼ਦੂਰ ਅਤੇ ਪੂੰਜੀ ਦੀ ਜਿਹੜੀ ਲਾਗਤ ਹੈ ਉਹ ਕੀ ਹੈ, ਸਥਿਰ ਹੈ। ਮਤਲਬ ਕਿ ਜਿੰਨਾ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਅਸੀਂ ਪਹਿਲਾਂ ਲਗਾਉਂਦੇ ਹਾਂ ਉਹਨਾਂ ਹੀ ਅਸੀਂ ਲਗਾਉਂਦੇ ਹਾਂ, ਉਹਦੇ ਵਿੱਚ ਕੋਈ ਚੇਂਜਿਸ ਨਹੀਂ ਕਰਦੇ। ਉਹਨਾਂ ਦੀ ਕੋਸਟ ਅਸੀਂ ਸਥਿਰ ਮੰਨ ਕੇ ਚੱਲਦੇ ਹਾਂ। ਹੁਣ ਜਿਹੜੀ ਸਭ ਤੋਂ ਘੱਟ ਉਪਜਾਊ ਭੂਮੀ ਹੈ ਇਸ ਉਦਾਹਰਨ ਦੇ ਵਿੱਚ, ਉਸ ਨੂੰ ਅਸੀਂ ਮਾਰਜਨ ਲੈਂਡ ਕਹਿੰਦੇ ਹਾਂ। ਉਸ ਤੇ ਉਤਪਾਦਨ ਕਿੰਨਾ ਹੁੰਦਾ ਹੈ, 4 ਕੁਇੰਟਲ। ਜਿਹੜੀ ਡੀ ਕਿਸਮ ਦੀ ਜ਼ਮੀਨ ਹੈ 4 ਕੁਇੰਟਲ। ਹੁਣ ਇਹ ਭੂਮੀ ਤੇ ਜਿਹੜਾ ਉਤਪਾਦਨ ਹੁੰਦਾ ਹੈ ਉਹ ਹੁੰਦਾ 10 ਕੁਇੰਟਲ। ਤਾਂ ਹੁਣ ਜਿਹੜੀ ਸਰਪਲਸ ਓਵਰ ਮਾਰਜਨ ਲੈਂਡ, ਜਾਂ ਅਸੀਂ ਇਸ ਨੂੰ ਜਿਹਨੂੰ ਰੈਂਟ ਕਹਿ ਸਕਦੇ ਹਾਂ, ਰੈਂਟ ਕੀ ਹੋ ਗਿਆ ਕਿ ਭੂਮੀ ਦੀ ਉਪਜਾਊ ਸ਼ਕਤੀ ਮਾਈਨਸ ਸੀਮਾਂਤ ਭੂਮੀ ਦੀ ਉਪਜਾਊ ਸ਼ਕਤੀ। ਇਹ ਰੈਂਟ ਦੀ ਡੈਫੀਨੇਸ਼ਨ ਹੋ ਗਈ। ਰੈਂਟ ਨੂੰ ਫਾਈਂਡ ਆਊਟ ਕਰਨ ਦਾ ਇੱਕ ਫਾਰਮੂਲਾ ਹੋ ਗਿਆ। ਮੈਂ ਦੁਬਾਰਾ ਫਿਰ ਦੱਸਦਾ ਹਾਂ ਕਿ ਭੂਮੀ ਦੀ ਉਪਜਾਊ ਸ਼ਕਤੀ ਜਾਂ ਭੂਮੀ ਦੀ ਉਪਜਾਊ ਸ਼ਕਤੀ, ਇਹ ਭੂਮੀ ਦੀ ਉਪਜਾਊ ਸ਼ਕਤੀ ਕਿੰਨੀ ਹੈ, 10 ਕੁਇੰਟਲ, ਅਤੇ ਸੀਮਾਂਤ ਭੂਮੀ ਦੀ ਉਪਜਾਊ ਸ਼ਕਤੀ ਕਿੰਨੀ ਹੈ, 4 ਕੁਇੰਟਲ। ਜੇ 10 ਵਿੱਚੋਂ 4 ਅਸੀਂ ਮਾਈਨਸ ਕਰਦੇ ਹਾਂ ਤਾਂ ਕਿੰਨਾ ਆ ਗਿਆ, ਸਰਪਲਸ ਓਵਰ ਮਾਰਜਨ ਲੈਂਡ, ਮਤਲਬ ਸੀਮਾਂਤ ਭੂਮੀ ਤੋਂ ਜਿਹੜਾ ਵਾਧੂ ਉਤਪਾਦਨ ਹੋਇਆ ਉਹ ਕਿੰਨਾ ਹੋਇਆ, 6 ਕੁਇੰਟਲ। ਤਾਂ ਇਹ ਭੂਮੀ ਤੇ ਨੂੰ ਯੂਜ਼ ਕਰਨ ਦੇ ਬਦਲੇ ਜਿਹੜਾ ਲਗਾਨ ਅਸੀਂ ਦਿੱਤਾ ਜਾਂ ਜਿਹੜਾ ਦੇਣਾ ਪਏਗਾ ਜਾਂ ਜਿਹੜਾ ਨਿਰਧਾਰਨ ਹੋਇਆ ਉਹ ਕਿੰਨਾ ਹੋਇਆ, 6 ਕੁਇੰਟਲ। ਹੁਣ ਮੰਨ ਲਓ ਇਹ ਭੂਮੀ ਜਿਹੜੀ ਤੇ ਲਗਾਤਾਰ ਜਨਸੰਖਿਆ ਵਧ ਰਹੀ ਹੈ। ਜਦੋਂ ਇਹ ਭੂਮੀ ਪੂਰੀ ਤਰ੍ਹਾਂ ਐਗਜ਼ੌਸਟ ਹੋ ਗਈ, ਪੂਰੀ ਤਰ੍ਹਾਂ ਇਸ ਭੂਮੀ ਤੇ ਹੁਣ ਕੁਝ ਉਪਜਾਊ ਕਰਨ ਦੇ ਲਈ, ਉਤਪਾਦਨ ਕਰਨ ਦੇ ਲਈ ਨਹੀਂ ਬਚਦਾ, ਤਾਂ ਜਿਹੜੀ ਪਾਪੂਲੇਸ਼ਨ ਹੈ ਉਸ ਨੂੰ ਅਸੀਂ ਬੀਜ ਜ਼ਮੀਨ ਦੇ ਉੱਤੇ ਯੂਜ਼ ਕਰਾਂਗੇ। ਕਿਉਂਕਿ ਬੀਜ ਜ਼ਮੀਨ ਜਿਹੜੀ ਹੈ ਇਹ ਜ਼ਮੀਨ ਦੇ ਨਾਲੋਂ ਘੱਟ ਉਪਜਾਊ ਹੈ, ਤਾਂ ਇਸ ਤੇ ਉਤਪਾਦਨ ਇਹ ਭੂਮੀ ਦੇ ਨਾਲੋਂ ਘੱਟ ਹੋਏਗਾ। ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਪਹਿਲਾਂ ਜਿਹੜੀਆਂ ਨੇ ਉਹ ਸਥਿਰ ਨੇ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਹੁਣ ਬੀ ਭੂਮੀ ਦਾ ਯੂਜ਼ ਕਰਨ ਦੇ ਬਦਲੇ, ਪ੍ਰਯੋਗ ਕਰਨ ਦੇ ਬਦਲੇ ਲਗਾਨ ਕਿੰਨਾ ਹੋਇਆ, ਬੀ ਭੂਮੀ ਦੀ ਉਪਜਾਊ ਸ਼ਕਤੀ, ਉਤਪਾਦਨ ਅਤੇ ਸੀਮਾਂਤ ਭੂਮੀ ਦੀ ਉਪਜਾਊ ਸ਼ਕਤੀ। ਤਾਂ ਬੀ ਭੂਮੀ ਦੀ ਉਪਜਾਊ ਸ਼ਕਤੀ ਜਿਹੜੀ ਹੈ ਉਹ 8 ਹੈ, 8 ਕੁਇੰਟਲ ਹੈ, ਅਤੇ ਸੀਮਾਂਤ ਭੂਮੀ ਦੀ ਉਪਜਾਊ ਸ਼ਕਤੀ ਕਿੰਨੀ ਹੈ, 4 ਕੁਇੰਟਲ। 8 ਦੇ ਵਿੱਚੋਂ ਜੇ 4 ਮਾਈਨਸ ਕਰੀਏ ਤਾਂ ਬੀ ਭੂਮੀ ਦਾ ਪ੍ਰਯੋਗ ਕਰਨ ਦੇ ਬਦਲੇ ਜਿਹੜਾ ਲਗਾਨ ਨਿਸ਼ਚਿਤ ਹੋਏਗਾ, ਨਿਰਧਾਰਨ ਹੋਏਗਾ, ਉਹ ਕਿੰਨਾ ਹੋਏਗਾ, 4 ਕੁਇੰਟਲ। ਇਸੇ ਤਰ੍ਹਾਂ ਜੇ ਅਸੀਂ ਸੀ ਭੂਮੀ ਨੂੰ ਪ੍ਰਯੋਗ ਕਰਦੇ ਹਾਂ, ਸੀ ਭੂਮੀ ਦਾ ਇਸਤੇਮਾਲ ਕਰਦੇ ਹਾਂ, ਤਾਂ ਸੀ ਭੂਮੀ ਦੀ ਉਪਜਾਊ ਸ਼ਕਤੀ ਏ ਅਤੇ ਬੀ ਨਾਲੋਂ ਵੀ ਘੱਟ ਹੈ। ਇਸ ਤੇ ਜਦੋਂ ਅਸੀਂ ਨਿਸ਼ਚਿਤ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਲਗਾਉਂਦੇ ਹਾਂ ਤਾਂ ਇਸ ਤੇ ਉਤਪਾਦਨ ਹੁੰਦਾ 6 ਕੁਇੰਟਲ। ਤਾਂ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਅਸੀਂ ਏ ਅਤੇ ਬੀ ਭੂਮੀ ਤੇ ਲਗਾਨ ਨੂੰ ਨਿਰਧਾਰਨ ਕੀਤਾ, ਉਸੇ ਤਰ੍ਹਾਂ ਸੀ ਭੂਮੀ ਦੀ ਵੀ ਹੋਏਗਾ। ਤਾਂ ਸੀ ਭੂਮੀ ਦਾ ਤੋਂ ਉਤਪਾਦਨ ਕਿੰਨਾ, 6 ਕੁਇੰਟਲ, ਅਤੇ ਜਿਹੜੀ ਸੀਮਾਂਤ ਭੂਮੀ ਤੋਂ ਉਤਪਾਦਨ ਹੈ ਉਹ ਹੈ 4 ਕੁਇੰਟਲ। ਤਾਂ ਜੇ ਅਸੀਂ 6 ਦੇ ਵਿੱਚੋਂ 4 ਮਾਈਨਸ ਕਰਦੇ ਹਾਂ, 6 ਮਾਈਨਸ 4 ਉਹ ਕਿੰਨਾ ਹੋ ਗਿਆ, 2। ਤਾਂ 2 ਕੁਇੰਟਲ ਜਿਹੜਾ ਅਨਾਜ ਜਿਹੜਾ ਲਗਾਨ ਦੇ ਰੂਪ ਵਿੱਚ ਸਾਨੂੰ ਭੂਮੀ ਦੇ ਮਾਲਕ ਨੂੰ ਦੇਣਾ ਪਏਗਾ। ਲੇਕਿਨ ਜਿਹੜੀ ਡੀ ਭੂਮੀ ਹੈ, ਜਿਸ ਨੂੰ ਅਸੀਂ ਸੀਮਾਂਤ ਭੂਮੀ ਕਹਿੰਦੇ ਹਾਂ, ਮਾਰਜਨ ਲੈਂਡ ਕਹਿੰਦੇ ਹਾਂ, ਇਸ ਦੇ ਉਤਪਾਦਨ ਹੁੰਦਾ 4 ਕੁਇੰਟਲ, ਅਤੇ ਇਹੀ ਸੀਮਾਂਤ ਭੂਮੀ ਹੈ। ਹੁਣ 4 ਕੁਇੰਟਲ ਹੀ ਉਤਪਾਦਨ ਹੋਇਆ, 4 ਕੁਇੰਟਲ ਹੀ ਸਾਡੀ ਜਿਹੜੀ ਲਾਗਤ ਹੈ, ਖਰਚਾ ਹੋਇਆ ਇਸ ਤੇ। ਤਾਂ 4 ਮਾਈਨਸ 4 ਕਿੰਨਾ ਹੋ ਗਿਆ, 0 ਹੋ ਗਿਆ। ਤਾਂ ਇਸ ਭੂਮੀ ਦਾ ਪ੍ਰਯੋਗ ਕਰਨ ਦੇ ਬਦਲੇ ਕੋਈ ਲਗਾਨ ਨਹੀਂ ਅਦਾ ਕਰਨਾ ਪਏਗਾ। ਤਾਂ ਇਹ ਸੀਗਾ ਇਸ ਟੇਬਲ ਦੀ ਐਕਸਪਲੇਨੇਸ਼ਨ। ਜੇ ਅਸੀਂ ਇਸ ਨੂੰ ਡਾਇਗਰਾਮ ਦੇ ਰੂਪ ਵਿੱਚ ਐਕਸਪ੍ਰੈਸ ਕਰਦੇ ਹਾਂ, ਪ੍ਰਗਟ ਕਰਦੇ ਹਾਂ, ਪ੍ਰੈਜ਼ੈਂਟ ਕਰਦੇ ਹਾਂ, ਪ੍ਰਸਤੁਤ ਕਰਦੇ ਹਾਂ, ਤਾਂ ਆਹ ਫਿਗਰ 1 ਦੇ ਵਿੱਚ ਦੇਖੋ, ਅਸੀਂ ਐਕਸ ਐਕਸਿਸ ਤੇ ਗ੍ਰੇਡਸ ਜਾਂ ਜਿਹੜੀਆਂ ਜ਼ਮੀਨ ਦੀਆਂ ਕਿਸਮਾਂ ਨੇ ਉਹਨਾਂ ਨੂੰ ਅਸੀਂ ਲੈ ਲਿਆ, ਏ ਬੀ ਸੀ ਤੇ ਡੀ, ਜਿਹੜੇ ਕਿ ਅਸੀਂ ਟੇਬਲ 'ਚ ਦਿਖਾਏ ਸੀ, ਅਤੇ ਵਾਈ ਐਕਸਿਸ ਤੇ ਅਸੀਂ ਲੈ ਲਿਆ ਪ੍ਰੋਡਕਸ਼ਨ। ਹੁਣ ਇਹ ਭੂਮੀ ਤੇ ਜਿਹੜਾ ਉਤਪਾਦਨ ਹੈ ਉਹ ਹੈ 10 ਕੁਇੰਟਲ। 10 ਮਾਈਨਸ 4
ਜਿਹੜਾ ਅਸੀਂ ਕਰਤਾ ਉਹ 6 ਜਿਹੜਾ ਹੈ ਉਹ ਲਗਾਨ ਹੋ ਗਿਆ। ਇसी तरह बी भूमि के ਜਿਹੜਾ ਉਤਪਾਦਨ ਹੈ ਉਹ ਹੁੰਦਾ ਹੈ 8 ਕੁਇੰਟਲ। 8 ਦੇ ਵਿੱਚੋਂ ਅਸੀਂ 4 ਮਾਈਨਸ ਕੀਤਾ ਤਾਂ ਉੱਪਰ 4 ਕੁਇੰਟਲ ਜਿਹੜਾ ਹੈ ਇਸ ਤੇ ਲਗਾਨ ਜਿਹੜਾ ਹੈ ਉਹ ਨਿਰਧਾਰਤ ਹੋ ਗਿਆ। ਸੀ ਕਿਸਮ ਦੀ ਭੂਮੀ ਤੇ ਉਤਪਾਦਨ ਹੁੰਦਾ ਹੈ 6 ਕੁਇੰਟਲ 6 ਕੁਇੰਟਲ 6 ਮਾਈਨਸ 4 ਇਹ ਹੋ ਗਿਆ 2 ਤਾਂ 2 ਕੁਇੰਟਲ ਜਿਹੜਾ ਹੈ ਲਗਾਨ ਸੀ ਭੂਮੀ ਦਾ ਪ੍ਰਯੋਗ ਕਰਨ ਦੇ ਵੱਲੋਂ ਹੋ ਗਿਆ। ਤਾਂ ਜਿਹੜੀ ਡੀ ਕਿਸਮ ਦੀ ਭੂਮੀ ਹੈ ਉਸ ਤੇ 4 ਕੁਇੰਟਲ ਹੀ ਅਨਾਜ ਪੈਦਾ ਹੁੰਦਾ ਹੈ ਅਤੇ 4 ਕੁਇੰਟਲ ਹੀ ਮਾਰਜਨ ਲੈਂਡ ਤੇ ਉਤਪਾਦਨ ਹੁੰਦਾ ਹੈ। ਇਸ ਕਰਕੇ 4 ਮਾਈਨਸ 4 ਕਿੰਨਾ ਹੋ ਗਿਆ 0 ਇਹ 0। ਤਾਂ ਇਸ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਕੋਈ ਲਗਾਨ ਨਹੀਂ ਦੇਣਾ। ਤਾਂ ਹੁਣ ਜਿਹੜਾ ਸ਼ੇਡਡ ਪੋਰਸ਼ਨ ਹੈ ਜਿਹੜਾ ਡਾਰਕਨਡ ਪੋਰਸ਼ਨ ਹੈ ਇਹ ਕੀ ਹੋ ਗਿਆ ਰੈਂਟ। ਇਹ ਭੂਮੀ ਦਾ ਯੂਜ਼ ਕਰਨ ਦੇ ਵੇਲੇ ਬੀ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਅਤੇ ਸੀ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਇਹ ਲਗਾਨ ਪਤਾ ਲੱਗ ਗਿਆ ਸਾਨੂੰ। ਹੁਣ ਜੇ ਅਸੀਂ ਡਿਸਕਸ ਕਰੀਏ ਰੈਂਟ ਇਨ ਇੰਟੈਂਸਿਵ ਕਲਟੀਵੇਸ਼ਨ ਗਹਿਨ ਖੇਤੀ ਲਗਾਨ ਤਾਂ ਇਸ ਦੇ ਵਿੱਚ ਗਹਿਨ ਖੇਤੀ ਕੀ ਹੁੰਦੀ ਹੈ ਆਪਾਂ ਡਿਸਕਸ ਕਰ ਚੁੱਕੇ ਹਾਂ ਆਲਰੇਡੀ। ਗਹਿਨ ਖੇਤੀ ਹੁੰਦੀ ਹੈ ਕਿ ਨਿਸ਼ਚਿਤ ਜ਼ਮੀਨ ਦੇ ਟੁਕੜੇ ਤੇ ਜਦੋਂ ਅਸੀਂ ਵੱਧ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਦਾ ਇਸਤੇਮਾਲ ਕਰੀਏ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਗਹਿਨ ਖੇਤੀ। ਤਾਂ ਗਹਿਨ ਖੇਤੀ ਦੇ ਵਿੱਚ ਜਿਹੜੀ ਡਾਇਗਰਾਮ ਹੈ ਦੋ ਡਾਇਗਰਾਮਸ ਨੇ ਫਿਗਰ 4 ਐਂਡ ਫਿਗਰ 3। ਫਿਗਰ 3 ਨੂੰ ਜੇ ਅਸੀਂ ਦੇਖੀਏ ਤਾਂ ਅਸੀਂ एक्स एक्सिस ਤੇ ਡੋजेज ਆਫ ਲੇਬਰ ਐਂਡ ਕੈਪੀਟਲ ਮਤਲਬ ਮਜ਼ਦੂਰ ਅਤੇ ਪੂੰਜੀ ਦੀ ਜਿਹੜੀਆਂ ਇਕਾਈਆਂ ਨੇ ਉਹਨਾਂ ਨੂੰ ਲੈ ਰਹੇ ਹਾਂ ਅਤੇ ਵਾਈ ਐਕਸਿਸ ਤੇ ਅਸੀਂ ਲੈ ਰਹੇ ਹਾਂ ਪ੍ਰੋਡਕਸ਼ਨ ਉਤਪਾਦਨ। ਅਸੀਂ ਫਿਗਰ 3 ਨੂੰ ਡਿਸਕਸ ਕਰ ਰਹੇ ਹਾਂ। ਤਾਂ ਜੇ ਅਸੀਂ ਪਹਿਲੀ ਡੋਜ਼ ਲੇਬਰ ਅਤੇ ਕੈਪੀਟਲ ਦੀ ਲਗਾਉਂਦੇ ਹਾਂ ਜਦੋਂ ਕਿ ਜ਼ਮੀਨ ਦੀ ਇਕਾਈ ਜ਼ਮੀਨ ਦੀ ਜਿਹੜੀ ਸਪਲਾਈ ਹੈ ਉਹ ਫਿਕਸਡ ਹੈ ਤਾਂ ਪਹਿਲੀ ਜਿਹੜੀ ਡੋਜ਼ਿਸ ਹੈ ਉਹ 8 ਕੁਇੰਟਲ ਅਨਾਜ ਪੈਦਾ ਹੁੰਦਾ ਹੈ ਅਤੇ ਜਿਹੜੀ ਲਾਸਟ ਡੋਜ਼ ਹੈ 4th ਡੋਜ਼ ਹੈ ਮੰਨ ਲਓ ਇਹ ਮਾਰਜਨਲ ਡੋਜ਼ ਹੈ ਇਸ ਤੇ ਜਿੰਨਾ ਲਾਗਤ ਹੁੰਦੀ ਹੈ ਉਨਾ ਹੀ ਉਤਪਾਦਨ ਹੁੰਦਾ ਹੈ। ਇਸ ਤੇ ਕੋਈ ਲਗਾਨ ਸਾਨੂੰ ਕੋਈ ਪ੍ਰਾਈਸ ਜਿਹੜੀ ਹੈ ਇਸ ਨੂੰ ਯੂਜ਼ ਕਰਦੇ ਬੋਲੇ ਨਹੀਂ ਦੇਣੀ ਪੈਂਦੀ। ਤਾਂ 8 ਮਾਈਨਸ 2 ਕਿੰਨਾ ਹੋ ਗਿਆ 6 ਲਗਾਨ ਹੋ ਗਿਆ ਪਹਿਲੀ ਡੋਜ਼ ਨੂੰ ਪ੍ਰਯੋਗ ਕਰਦੇ ਬੋਲੇ। ਇसी ਤਰ੍ਹਾਂ ਦੂਸਰੀ ਇਕਾਈ ਲੇਬਰ ਅਤੇ ਕੈਪੀਟਲ ਦੀ ਜਦੋਂ ਅਸੀਂ ਯੂਜ਼ ਕਰਦੇ ਹਾਂ ਤਾਂ 6 ਮਾਈਨਸ 2 4 ਸਾਨੂੰ ਕੁਇੰਟਲ ਜਿਹੜਾ ਹੈ ਅਨਾਜ ਲਗਾਉਣ ਦੇ ਰੂਪ ਵਿੱਚ ਦੇਣਾ ਪਏਗਾ। ਜੇ ਅਸੀਂ ਤੀਸਰੀ ਡੋਜ਼ ਲੇਬਰ ਅਤੇ ਕੈਪੀਟਲ ਨੂੰ ਯੂਜ਼ ਕਰਦੇ ਹਾਂ ਤਾਂ 4 ਮਾਈਨਸ 2 2 ਕੁਇੰਟਲ ਅਨਾਜ ਸਾਨੂੰ ਲਗਾਉਣ ਦੇ ਰੂਪ ਵਿੱਚ ਦੇਣਾ ਪਏਗਾ। ਅਸੀਂ ਜੇ 4th ਡੋਜ਼ ਆਫ ਲੇਬਰ ਐਂਡ ਕੈਪੀਟਲ ਨੂੰ ਯੂਜ਼ ਕਰਦੇ ਹਾਂ ਤਾਂ ਇਸ ਤੇ 2 ਕੁਇੰਟਲ ਹੀ ਅਨਾਜ ਪੈਦਾ ਹੁੰਦਾ ਹੈ ਅਤੇ 2 ਕੁਇੰਟਲ ਹੀ ਸਾਨੂੰ ਇਸ ਦੀ ਲਾਗਤ ਦੇਣੀ ਪੈਂਦੀ ਹੈ। ਇਸ ਕਰਕੇ ਕੋਈ ਲਗਾਨ ਨਹੀਂ ਦੇਣਾ ਪੈਂਦਾ। ਤਾਂ ਜਿਹੜੀ ਇसी ਨੂੰ ਅਸੀਂ ਜੇ 4th ਫਿਗਰ ਦੇ ਵਿੱਚ ਐਕਸਪਲੇਨ ਕਰੀਏ ਤਾਂ ਇਸ ਦੇ ਵਿੱਚ ਐਵਰੇਜ ਰੈਵਨਿਊ ਪ੍ਰੋਡਕਟਿਵਿਟੀ ਅਤੇ ਮਾਰਜਨ ਰੈਵਨਿਊ ਪ੍ਰੋਡਕਟਿਵਿਟੀ। ਮਾਰਜਨ ਰੈਵਨਿਊ ਪ੍ਰੋਡਕਟਿਵਿਟੀ ਜਿਹੜੀ ਹੈ MRP1 ARP ਨੂੰ ਉੱਪਰੋਂ E ਬਿੰਦੂ ਤੇ ਕਰਦੀ ਹੈ। ਤਾਂ E ਬਿੰਦੂ ਇੱਕ ਸੰਤੁਲਨ ਦਾ ਬਿੰਦੂ ਹੋ ਗਿਆ। ਇਸ ਬਿੰਦੂ ਤੇ ਜਿਹੜੀ ਸੰਤੁਲਨ ਹੈ ਮਾਰਜਨ ਰੈਵਨਿਊ ਪ੍ਰੋਡਕਟਿਵਿਟੀ ਵੇਜਿਸ ਤੋਂ WW ਜਿਹੜੀ ਹੈ ਉਹ ਵੇਜਿਸ ਹੈ ਵੇਜਿਸ ਨੂੰ ਸ਼ੋ ਕਰ ਰਿਹਾ ਹੈ ਉਸ ਨੂੰ ਘਟ ਰਹੀ ਹੈ E ਬਿੰਦੂ ਤੇ। E ਬਿੰਦੂ ਇੱਕ ਸੰਤੁਲਨ ਦਾ ਬਿੰਦੂ ਹੋ ਗਿਆ। ਇਸ ਸੰਤੁਲਨ ਪੁਆਇੰਟ ਦੇ ਉੱਤੇ ਮਜ਼ਦੂਰੀ ਜਿਹੜੀ ਹੈ ਮਜ਼ਦੂਰਾਂ ਦੀ ਉਹ ਤਾਂ ਨਿਸ਼ਚਿਤ ਹੋ ਗਈ OW ਅਤੇ ਜਿਹੜਾ ਅਸੀਂ ਡੋजेस ਲਗਾਏ ਲੇਬਰ ਐਂਡ ਕੈਪੀਟਲ ਦੇ ਉਹ ਲਗਾਏ OM। ਇਸ ਹਾਲਤ ਦੇ ਵਿੱਚ ARP ਕਿਉਂਕਿ ਵੇਜਿਸ ਦੇ ਬਰਾਬਰ ਹੈ औसत आमदन उत्पादन ARP means average revenue productivity। average revenue productivity means औसत आमदन उत्पादकता मतलब कि मजदूरों की जो औसत आमदन उत्पादकता है उन्होंने मजदूरी के बराबर है जिन्ना वो उत्पादन को बेच के औसतन जिन्होंने उन्होंने आमदन होती है उन्नी ही वो मजदूरी देते हैं। इस करके कोई लगान नहीं है। हुण
ਜੇ ਮਾਰਜਨ ਰੈਵਨਿਊ ਪ੍ਰੋਡਕਟਿਵਿਟੀ ਵੱਧ ਜਾਂਦੀ ਹੈ, ਜੇ ਮਾਰਜਨ ਰੈਵਨਿਊ ਪ੍ਰੋਡਕਟਿਵਿਟੀ ਵੱਧ ਜਾਂਦੀ ਹੈ ਤਾਂ MRP 1 ਕਰਵ ਜਿਹੜੀ ਹੈ ਉਹ ਸ਼ਿਫਟ ਹੋ ਕੇ MRP 2 ਬਣ ਜਾਂਦੀ ਹੈ। MRP 2 ਕਰਵ ਜਿਹੜੀ ਹੈ ਉਹ E1 ਪੁਆਇੰਟ ਤੇ ਘਟਦੀ ਹੈ। E1 ਪੁਆਇੰਟ ਜਿਹੜਾ ਹੈ ਇਸ ਹਾਲਤ ਦੇ ਵਿੱਚ ਸੰਤੁਲਨ ਦਾ ਪੁਆਇੰਟ ਹੋ ਗਿਆ। ਜ਼ਿਆਦਾ ਉਤਪਾਦਨ ਕਰਨ ਦੇ ਲਈ ਅਸੀਂ ਵੱਧ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਨੂੰ ਕੰਮ ਤੇ ਲਗਾਉਂਦੇ ਹਾਂ। ਤਾਂ ਇਸ ਹਾਲਤ ਵਿੱਚ ਅਸੀਂ ਦੇਖਦੇ ਹਾਂ ਕਿ ਆਮਦਨ ਜ਼ਿਆਦਾ ਹੈ, ਆਮਦਨ ਜਿਹੜੀ ਹੈ ਜ਼ਿਆਦਾ ਹੋ ਰਹੀ ਹੈ ਅਤੇ ਮਜ਼ਦੂਰੀ ਜਿਹੜੀ ਹੈ ਉਹ ਘੱਟ ਦੇਣੀ ਪੈਂਦੀ ਹੈ। ਤਾਂ ਮਜ਼ਦੂਰੀ ਤਾਂ ਹੋ ਗਈ OWE1N, OWE1N, ਲੇਕਿਨ ਜਿਹੜਾ ਉਤਪਾਦਨ ਹੋ ਰਿਹਾ ਹੈ ਉਹ ਹੋ ਰਿਹਾ ਹੈ ORE1N। ਤਾਂ ORE1N ਦੇ ਵਿੱਚੋਂ ਜੇ ਅਸੀਂ OWE1N ਨੂੰ ਮਾਈਨਸ ਕਰੀਏ ਤਾਂ WRE1 ਇਹ ਸਾਡੇ ਕੋਲ ਕੀ ਬਣ ਜਾਏਗਾ, ਸਰਪਲਸ ਹੋ ਜਾਏਗਾ। ਇਸ ਸਰਪਲਸ ਨੂੰ ਹੀ ਅਸੀਂ ਕਹਿੰਦੇ ਹਾਂ ਰੈਂਟ। ਤਾਂ ਇਹ ਲਗਾਨ ਜਿਹੜਾ ਹੈ ਨਿਸ਼ਚਿਤ ਹੋਈ। ਹੁਣ ਅਸੀਂ ਇਸ ਥਿਊਰੀ ਦੀ ਲਾਸਟ ਦੇ ਵਿੱਚ ਅਸੀਂ ਇਸ ਦੀ ਅਜੰਪਸ਼ਨਸ ਦੇ ਵਿੱਚ ਤੇ ਹੀ ਇਸ ਥਿਊਰੀ ਦੀ ਜਿਹੜੀ ਕ੍ਰਿਟਿਸਿਜ਼ਮ ਹੈ ਉਸ ਨੂੰ ਡਿਸਕਸ ਕਰ ਸਕਦੇ ਹਾਂ ਕਿ ਰਿਕਾਰਡਿੰਗ ਥਿਊਰੀ ਦੀ ਕ੍ਰਿਟਿਸਿਜ਼ਮ, ਆਲੋਚਨਾ ਦੇ ਐਂਗਲ ਤੋਂ ਜਿਸ ਤਰ੍ਹਾਂ ਇਹਨਾਂ ਨੇ ਮੰਨਿਆ ਰਿਕਾਰਡੋ ਨੇ ਕਿ ਭੂਮੀ ਦੀਆਂ ਆਰੰਭਿਕ ਅਤੇ ਅਨਾਸ਼ਵਾਨ ਸ਼ਕਤੀਆਂ ਹੁੰਦੀਆਂ, ਤਾਂ ਇਹ ਗਲਤ ਹੈ। ਭੂਮੀ ਦੀ ਜਿਹੜੀ ਕੋਈ ਆਰੰਭਿਕ ਸ਼ਕਤੀ ਨਹੀਂ ਹੁੰਦੀ ਆਲੋਚਨਾ ਦੇ ਮੁਤਾਬਕ, ਅਤੇ ਇਹਨਾਂ ਸ਼ਕਤੀਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਾਂ ਇਹ ਅਨਾਸ਼ਵਾਨ ਹੋਣ, ਐਸਾ ਨਹੀਂ ਹੈ। ਭੂਮੀ ਦੀ ਉਪਜਾਊ ਸ਼ਕਤੀ ਵਧਾ ਵੀ ਸਕਦੇ ਹਾਂ ਅਸੀਂ, ਘਟਾ ਵੀ ਸਕਦੇ। ਫਿਰ ਦੂਸਰੀ ਜਿਹੜੀ ਆਲੋਚਨਾ ਹੈ ਇਸ ਸਿਧਾਂਤ ਦੀ ਉਹ ਹੈ ਹਿਸਟੋਰੀਕਲੀ ਰੋਂਗ। ਰਿਕਾਰਡੋ ਦੇ ਮੁਤਾਬਕ ਇਸ ਤਰ੍ਹਾਂ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਗਲਤ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਵੱਧ ਉਪਜਾਊ ਜ਼ਮੀਨ ਨੂੰ ਇਸਤੇਮਾਲ ਕਰਦੇ ਹਾਂ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ। ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਜੋ ਵੀ ਜ਼ਮੀਨ ਉਪਲਬਧ ਹੋਏਗੀ ਉਸ ਜ਼ਮੀਨ ਨੂੰ ਹੀ ਅਸੀਂ ਇਸਤੇਮਾਲ ਕਰਾਂਗੇ। ਅਤੇ ਇਸ ਥਿਊਰੀ ਉਦੋਂ ਇਹ ਇਸਦੀ ਥਿਊਰੀ ਦੀ ਜਿਹੜੀ ਵੈਲਿਡਿਟੀ ਹੈ ਉਦੋਂ ਖਤਮ ਹੋ ਜਾਂਦੀ ਹੈ ਜੇ ਅਸੀਂ ਮੰਨ ਲਈਏ ਵਿੱਚ ਅਸੀਂ ਇਸ ਸਿਧਾਂਤ ਨੂੰ ਲਾਗੂ ਨਹੀਂ ਕਰ ਸਕਦੇ। ਅਤੇ ਫਿਰ ਆਲੋਚਕਾਂ ਦੇ ਮੁਤਾਬਕ ਇਸ ਤਰ੍ਹਾਂ ਦੀ ਕੋਈ ਜ਼ਮੀਨ ਨਹੀਂ ਹੁੰਦੀ ਜਿਸ ਦਾ ਪ੍ਰਯੋਗ ਕਰਨ ਦੇ ਵੇਲੇ ਕੋਈ ਲਗਾਨ ਨਾ ਦੇਣਾ ਪਵੇ, ਜਿਹਨੂੰ ਅਸੀਂ ਮਾਰਜਨਲ ਲੈਂਡ ਕਹਿੰਦੇ ਹਾਂ ਜਾਂ ਨੋ ਰੈਂਟ ਲੈਂਡ ਕਹਿੰਦੇ ਹਾਂ। ਇਸ ਤਰ੍ਹਾਂ ਦੀ ਲੈਂਡ ਕੋਈ ਨਹੀਂ ਹੁੰਦੀ। ਫਿਰ ਆਲੋਚਕਾਂ ਦੇ ਮੁਤਾਬਕ ਜਿਹੜਾ ਲਗਾਨ ਹੈ ਉਹ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਅੰਤਰ ਦੇ ਕਾਰਨ ਪੈਦਾ ਨਹੀਂ ਹੁੰਦਾ, ਸਗੋਂ ਇਸ ਕਰਕੇ ਪੈਦਾ ਹੁੰਦਾ ਹੈ ਕਿਉਂਕਿ ਜ਼ਮੀਨ ਜਿਹੜੀ ਹੈ ਉਹ ਦੁਰਲਭ ਹੈ। ਜਿੱਥੇ ਕੋਈ ਵੀ ਉਤਪਾਦਨ ਸਾਧਨ ਉਸ ਦੀ ਡਿਮਾਂਡ ਦੇ ਨਾਲੋਂ ਘੱਟ ਹੋਏਗਾ, ਸਪਲਾਈ ਜਿਹੜੀ ਉਸ ਦੀ ਡਿਮਾਂਡ ਨਾਲੋਂ ਘੱਟ ਹੋਏਗਾ, ਤਾਂ ਉਸ ਦੀ ਕੀਮਤ ਸਾਨੂੰ ਦੇਣੀ ਪਏਗੀ। ਜੇ ਸਪਲਾਈ ਜਿਹੜੀ ਹੈ ਜ਼ਿਆਦਾ ਹੈ ਅਤੇ ਡਿਮਾਂਡ ਘੱਟ ਹੈ ਤਾਂ ਲਗਾਨ ਉਸੇ ਦੇ ਪ੍ਰਪੋਰਸ਼ਨੇਟਲੀ ਉਸੇ ਦੇ ਅਨੁਪਾਤ ਦੇ ਵਿੱਚ ਘੱਟ ਹੋਏਗਾ ਜਾਂ ਬਿਲਕੁਲ ਨਹੀਂ ਹੋਏਗਾ ਜੇ ਸਪਲਾਈ ਬਹੁਤ ਜ਼ਿਆਦਾ ਹੋ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਸਾਡੇ ਏਰੀਆ ਦੇ ਵਿੱਚ ਜਿਹੜਾ ਪਾਣੀ ਦੀ ਉਪਲਬਧਤਾ ਜਿਹੜੀ ਹੈ ਸਾਡੀ ਡਿਮਾਂਡ ਦੇ ਨਾਲੋਂ ਕਿਤੇ ਜ਼ਿਆਦਾ ਹੈ, ਤਾਂ ਇਸ ਦਾ ਯੂਜ਼ ਕਰਨ ਦੇ ਵੇਲੇ ਜਿਹੜੀ ਪ੍ਰਾਈਸ ਹੈ ਅਸੀਂ ਬਹੁਤ ਹੀ ਘੱਟ ਜਾਂ ਨਾ ਮਾਤਰ ਦੇ ਬਰਾਬਰ ਅਸੀਂ ਪੇ ਕਰਦੇ ਹਾਂ, ਕਿਉਂਕਿ ਇਸ ਦੀ ਸਪਲਾਈ ਜਿਹੜੀ ਉਹ ਡਿਮਾਂਡ ਦੇ ਮੁਤਾਬਕ ਜਿਹੜੀ ਹੈ ਅਨੁਸਾਰ ਜਿਹੜੀ ਹੈ ਉਹ ਜ਼ਿਆਦਾ ਹੈ। ਜਿਨ੍ਹਾਂ ਏਰੀਆ ਦੇ ਵਿੱਚ ਸਪਲਾਈ ਆਫ ਵਾਟਰ ਜਿਹੜੀ ਹੈ ਘੱਟ ਹੈ ਅਤੇ ਡਿਮਾਂਡ ਜ਼ਿਆਦਾ ਹੈ ਤਾਂ ਉਸ ਨੂੰ ਯੂਜ਼ ਕਰਨ ਦੇ ਵੇਲੇ ਸਾਨੂੰ ਉਸ ਦੇ ਅਕੋਰਡਿੰਗਲੀ ਹੀ ਪ੍ਰਾਈਸ ਦੇਣੀ ਪੈਂਦੀ। ਤਾਂ ਇਹਨਾਂ ਦੇ ਮੁਤਾਬਕ ਜਿਹੜਾ ਰੈਂਟ ਹੈ ਉਹ ਪ੍ਰਾਈਸ ਦੇ ਵਿੱਚ ਉਤਪਾਦਨ ਦੀ ਜਿਹੜੀ ਕੀਮਤ, ਉਤਪਾਦਨ ਦੀ ਕੀਮਤ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਆਲੋਚਨਾ ਦੇ ਮੁਤਾਬਕ ਇਹ ਵੀ ਇੱਕ ਗਲਤ ਹੈ। ਫਿਰ ਉਹਨਾਂ ਨੇ ਕਿਹਾ ਕਿ ਰੈਂਟ ਇਜ਼ ਨੋਟ ਪੇਡ ਓਨਲੀ ਫॉर ਲੈਂਡ। ਜਿਹੜਾ
ਲਗਾਨ ਜਿਹੜਾ ਹੈ ਉਹ ਸਿਰਫ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਡਿਟਰਮਿਨ ਨਹੀਂ ਹੁੰਦਾ, ਨਿਰਧਾਰਨ ਨਹੀਂ ਹੁੰਦਾ। ਬਾਕੀ ਉਤਪਾਦ ਦੇ ਸਾਧਨ ਵੀ, ਚਾਹੇ ਉਹ ਲੇਬਰ ਹੈ, ਚਾਹੇ ਉਹ ਕੈਪੀਟਲ ਹੈ, ਜਦੋਂ ਅਸੀਂ ਉਹਨਾਂ ਨੂੰ ਯੂਜ਼ ਕਰਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਪ੍ਰਯੋਗ ਕਰਦੇ ਹਾਂ, ਪ੍ਰਯੋਗ ਕਰਨ ਦੇ ਵੇਲੇ ਜੋ ਵੀ ਅਸੀਂ ਪ੍ਰਾਈਸ ਅਦਾ ਕਰਦੇ ਹਾਂ ਉਸ ਨੂੰ ਅਸੀਂ ਲਗਾਨ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਨਹੀਂ ਹੈ ਕਿ ਲਗਾਨ ਜਿਹੜੀ ਹੈ ਉਹ ਸਿਰਫ ਭੂਮੀ ਦਾ ਪ੍ਰਯੋਗ ਕਰਨ ਦੇ ਵੇਲੇ ਹੀ ਯੂਜ਼ ਕੀਤਾ ਜਾਂਦਾ। ਫਿਰ ਇਹਨਾਂ ਨੇ ਮੰਨਿਆ, ਰਿਕਾਰਡੋ ਨੇ, ਕਿ ਭੂਮੀ ਦਾ ਸਿਰਫ ਇੱਕੋ ਹੀ ਪ੍ਰਯੋਗ ਹੁੰਦਾ ਹੈ, ਇਸ ਨੂੰ ਅਸੀਂ ਖੇਤੀਬਾੜੀ ਦੇ ਲਈ ਯੂਜ਼ ਕਰਦੇ ਹਾਂ, ਉਤਪਾਦਨ ਦੇ ਲਈ ਯੂਜ਼ ਕਰਦੇ ਹਾਂ। ਆਲੋਚਕ ਇਸ ਨੂੰ ਵੀ ਗਲਤ ਮੰਨਦੇ ਨੇ। ਉਹਨਾਂ ਦੇ ਮੁਤਾਬਕ ਭੂਮੀ ਦੇ ਕਈ ਆਲਟਰਨੇਟਿਵ ਯੂਜ਼ਸ ਹੁੰਦੇ ਹਨ, ਵਿਕਲਪੀ ਪ੍ਰਯੋਗ ਹੁੰਦੇ ਹਨ। ਅਸੀਂ ਲਗਾਨ ਦੇ ਲਈ ਵੀ, ਅਸੀਂ ਉਤਪਾਦਨ ਦੇ ਲਈ ਵੀ ਯੂਜ਼ ਕਰ ਸਕਦੇ ਹਾਂ, ਅਸੀਂ ਕਿਸੇ ਹੋਰ ਪਰਪਸ ਦੇ ਲਈ, ਦੁਕਾਨ, ਮਕਾਨ ਜਾਂ ਕਿਸੇ ਹੋਰ ਪਰਪਸ ਦੇ ਲਈ ਵੀ ਅਸੀਂ ਯੂਜ਼ ਕਰ ਸਕਦੇ ਹਾਂ। ਫਿਰ ਇਹਨਾਂ ਨੇ ਆਪਣੇ ਸਿਧਾਂਤ 'ਚ ਮੰਨਿਆ ਕਿ ਜਿਸ ਚੀਜ਼ ਦਾ ਅਸੀਂ, ਜਿਸ ਵਸਤੂ ਦਾ ਅਸੀਂ ਉਤਪਾਦਨ ਕਰਦੇ ਹਾਂ ਭੂਮੀ ਦੇ ਉੱਤੇ, ਉਸ ਬਾਜ਼ਾਰ ਦੇ ਵਿੱਚ ਪੂਰਨ ਪ੍ਰਤੀਯੋਗਿਤਾ ਪਾਈ ਜਾਂਦੀ ਹੈ। ਇਹ ਵੀ ਗਲਤ ਹੈ, ਕਿਉਂਕਿ ਪੂਰਨ ਪ੍ਰਤੀਯੋਗਿਤਾ ਇੱਕ ਅਨਰੀਅਲਿਸਟਿਕ, ਅਵਾਸਤਵਿਕ ਜਿਹੜੀ ਹੈ ਉਹ ਅਜੰਪਸ਼ਨ। ਤਾਂ ਇਹ ਸੀਗਾ ਰਿਕਾਰਡੋਸ ਥਿਊਰੀ ਆਫ ਰੈਂਟ ਜਾਂ ਰਿਕਾਰਡੀਅਨ ਥਿਊਰੀ ਆਫ ਰੈਂਟ। ਹੁਣ ਅਸੀਂ ਡਿਸਕਸ ਕਰਦੇ ਹਾਂ ਮਾਡਰਨ ਥਿਊਰੀ ਆਫ ਰੈਂਟ। ਤਾਂ ਮਾਡਰਨ ਥਿਊਰੀ ਆਫ ਰੈਂਟ, ਜਿਸ ਨੂੰ ਅਸੀਂ ਆਧੁਨਿਕ ਲਗਾਨ ਦਾ ਸਿਧਾਂਤ ਵੀ ਕਹਿ ਦਿੰਦੇ ਹਾਂ, ਤੇ ਆਧੁਨਿਕ ਲਗਾਨ ਦਾ ਸਿਧਾਂਤ ਸਭ ਤੋਂ ਪਹਿਲਾਂ ਜੇ.ਐਸ. ਮਿਲ ਨੇ ਇਸ ਨੂੰ ਡਿਸਕਸ ਕੀਤਾ ਸੀ। ਬਾਅਦ ਦੇ ਵਿੱਚ ਇਸ ਸਿਧਾਂਤ ਦੀ ਵਿਆਖਿਆ ਜਿਹੜੀ ਹੈ ਕਈ ਇਕਨੋਮਿਸਟ, ਜਿਸ ਤਰ੍ਹਾਂ ਜੈਵਨਸ, ਪਰੇਟੋ, ਮਾਰਸ਼ਲ, ਜੌਨ ਰੋਬਿਨਸਨ, ਇਹਨਾਂ ਨੇ ਇਸ ਸਿਧਾਂਤ ਦਾ ਵਿਕਾਸ ਕੀਤਾ। ਇਹਨਾਂ ਦੇ ਮੁਤਾਬਕ ਭੂਮੀ ਦਾ ਪ੍ਰਯੋਗ ਕਰਨ ਦੇ ਬਦਲੇ ਹੀ ਜੋ ਕੀਮਤ ਅਸੀਂ ਭੂਮੀ ਦੇ ਮਾਲਕ ਨੂੰ ਦਿੰਦੇ ਹਾਂ ਉਸ ਨੂੰ ਲਗਾਨ ਨਹੀਂ ਕਹਿੰਦੇ। ਬਾਕੀ ਉਤਪਾਦਨ ਦੇ ਸਾਧਨ, ਚਾਹੇ ਉਹ ਲੇਬਰ ਹੈ, ਚਾਹੇ ਕੈਪੀਟਲ ਹੈ, ਜਿਨ੍ਹਾਂ ਦੀ ਵਿੱਚ ਦੁਰਲਭਤਾ ਪਾਈ ਜਾਂਦੀ ਹੈ, ਜਿਨ੍ਹਾਂ ਦੀ ਸਪਲਾਈ ਜਿਹੜੀ ਹੈ ਡਿਮਾਂਡ ਦੇ ਨਾਲੋਂ ਘੱਟ ਹੈ, ਉਹਨਾਂ ਦਾ ਪ੍ਰਯੋਗ ਕਰਨ ਦੇ ਵੇਲੇ ਜਦੋਂ ਅਸੀਂ ਪ੍ਰਾਈਸ ਦਿੰਦੇ ਹਾਂ ਤਾਂ ਉਸ ਨੂੰ ਅਸੀਂ ਰੈਂਟ ਕਹਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਇਸ ਸਿਧਾਂਤ ਦੇ ਅੰਤਰਗਤ ਅਸੀਂ ਡਿਸਕਸ ਕਰਦੇ ਹਾਂ ਡਿਟਰਮੀਨੇਸ਼ਨ ਆਫ ਰੈਂਟ ਆਫ ਲੈਂਡ ਔਰ ਸਕਾਰਸਿਟੀ ਥਿਊਰੀ ਆਫ ਰੈਂਟ, ਜਿਹਨੂੰ ਅਸੀਂ ਦੁਰਲਭਤਾ। ਤਾਂ ਅਸੀਂ ਇਹ ਲੈਂਦੇ ਹਾਂ, ਜੇ ਭੂਮੀ ਦੀ ਪੂਰਤੀ, ਜਿਸ ਤਰ੍ਹਾਂ ਅਸੀਂ ਮੰਨੇ, ਇਹਦੀ ਸਪਲਾਈ ਜਿਹੜੀ ਹੈ ਉਹ ਫਿਕਸਡ ਹੈ ਪੂਰੀ ਅਰਥ ਵਿਵਸਥਾ ਦੇ ਦ੍ਰਿਸ਼ਟੀਕੋਣ ਤੋਂ। ਤਾਂ ਜਿੱਥੇ ਡਿਮਾਂਡ ਸਪਲਾਈ ਦੇ ਬਰਾਬਰ ਹੁੰਦੀ ਹੈ ਉੱਥੇ ਹੀ ਰੈਂਟ ਜਿਹੜਾ ਹੈ ਉਹ ਡਿਟਰਮਿਨ। ਤਾਂ D1 ਕਰਵ ਜਿਹੜੀ ਹੈ, D1 ਕਰਵ ਜਿਹੜੀ ਹੈ ਮੰਗ ਵਕਰ ਸਪਲਾਈ ਕਰਵ ਨੂੰ E ਬਿੰਦੂ ਤੇ ਕੱਟਦੀ ਹੈ, E1 ਬਿੰਦੂ ਤੇ ਕੱਟਦੀ ਹੈ। ਤਾਂ E1 ਬਿੰਦੂ ਤੇ ਰੈਂਟ ਕਿੰਨਾ ਹੋ ਗਿਆ, over 1। ਜੇ ਡਿਮਾਂਡ ਘਟ ਜਾਵੇ, DD ਹੋ ਜਾਵੇ, ਤਾਂ ਰੈਂਟ ਕੀ ਹੈ, ਹੋਰ ਘਟ ਜਾਏਗਾ। ਜੇ D2 ਹੋ ਜਾਂਦਾ ਹੈ ਤਾਂ E2 ਬਿੰਦੂ ਤੇ ਰੈਂਟ ਕੀ ਹੈ, R2 ਹੋ ਜਾਏਗਾ। ਜੇ ਡਿਮਾਂਡ ਬਹੁਤ ਜ਼ਿਆਦਾ ਘਟ ਜਾਵੇ ਤਾਂ ਹੋ ਸਕਦਾ ਹੈ ਉਹ ਨਾ ਮਾਤਰ ਰੈਂਟ ਜਾਂ ਬਹੁਤ ਹੀ ਘੱਟ ਰੈਂਟ ਸਾਨੂੰ ਜਿਹੜਾ ਉਹ ਦੇਣਾ ਪਵੇ। ਤਾਂ ਇਹਨਾਂ ਦੇ ਮੁਤਾਬਕ ਰੈਂਟ ਜਿਹੜਾ ਹੈ ਉਹ ਡਿਮਾਂਡ ਅਤੇ ਸਪਲਾਈ ਦੁਆਰਾ ਡਿਟਰਮਿਨ ਹੁੰਦਾ ਹੈ। ਸਪਲਾਈ ਜਿਹੜੀ ਹੈ ਜੇ ਫਿਕਸ ਹੋਵੇ, ਸਥਿਰ ਹੋਵੇ, ਤਾਂ ਡਿਟਰਮੀਨੇਸ਼ਨ ਆਫ ਰੈਂਟ ਜਿਹੜਾ ਹੈ ਉਹ ਡਿਮਾਂਡ ਤੇ ਨਿਰਭਰ ਕਰਦਾ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਮਾਡਰਨ ਥਿਊਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੈਂਟ ਕੀ ਹੈ, ਕਿ ਰੈਂਟ ਇਜ਼ ਦਾ ਡਿਫਰੈਂਸ ਬਿਟਵੀਨ ਐਕਚੁਅਲ ਅਰਨਿੰਗ ਐਂਡ ਟ੍ਰਾਂਸਫਰ। ਹੁਣ ਇੱਥੇ ਇਸ ਗੱਲ ਦੀ ਵਿਆਖਿਆ ਕਰਨੀ ਬਹੁਤ ਜ਼ਰੂਰੀ ਹੈ ਕਿ ਟ੍ਰਾਂਸਫਰ ਅਰਨਿੰਗ ਕੀ ਹੁੰਦੀ ਹੈ। ਟ੍ਰਾਂਸਫਰ ਅਰਨਿੰਗ ਹੁੰਦੀ ਹੈ ਕਿ ਕਿਸੇ ਵੀ ਉਤਪਾਦਨ ਦੇ ਸਾਧਨ ਨੂੰ ਉਸੇ ਕੰਮ ਤੇ ਲਗਾਈ ਰੱਖਣ ਦੇ ਲਈ ਜੋ ਨਿਊਨਤਮ ਕੀਮਤ ਉਹਨਾਂ ਨੂੰ ਦੇਣੀ ਪਏਗੀ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਵਿਅਕਤੀਗਤ ਆਮਦਨ। ਉਦਾਹਰਨ ਦੇ ਤੌਰ ਤੇ ਮੰਨ ਲਓ ਇੱਕ ਵਰਕਰ ਹੈ, ਇੱਕ ਮਜ਼ਦੂਰ ਹੈ, ਉਸ ਮਜ਼ਦੂਰ ਨੂੰ ਕਿਸੇ ਕੰਮ ਤੇ ਲਗਾਈ ਰੱਖਣ ਦੇ ਲਈ ਘੱਟ ਤੋਂ ਘੱਟ ਮੰਨ ਲਓ 100 ਰੁਪਇਆ ਉਹ ਲੈਂਦਾ। ਜੇ ਅਸੀਂ 100 ਰੁਪਏ ਤੋਂ ਉਸਨੂੰ ਘੱਟ ਦਿੰਦੇ ਹਾਂ ਤਾਂ ਉਹ ਕੰਮ ਕਰਨ ਤੋਂ ਇਨਕਾਰ ਕਰ ਦਿੰਦਾ।
ਤਾਂ ਮੰਨ ਲਓ ਤਾਂ ਇਹਦਾ ਮਤਲਬ ਕਿ ਉਸਨੂੰ ਉਸ ਕੰਮ ਦੇ ਵਿੱਚ ਲਗਾਈ ਰੱਖਣ ਦੇ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਉਹ ਬੰਦਾ ਉਹ ਮਜ਼ਦੂਰ ਉਸ ਕੰਮ ਨੂੰ ਕਰੇ ਤਾਂ ਸਾਨੂੰ ਘੱਟ ਤੋਂ ਘੱਟ 100 ਰੁਪਏ ਉਸਨੂੰ ਦੇਣੇ ਪੈਣੇ। ਮਜ਼ਦੂਰੀ ਉਸਦੀ ਜਿਹੜੀ ਨਿਊਨਤਮ ਮਜ਼ਦੂਰੀ ਹੈ ਉਹ ਹੋਗੀ 100 ਰੁਪਏ। ਤਾਂ ਮੰਨ ਲਓ ਕਿਸੇ ਵੀ ਕਾਰਨਵਸ਼ ਉਸਦੀ ਡਿਮਾਂਡ ਵਿੱਚ ਵਾਧਾ ਹੋਣ ਦੇ ਕਾਰਨ ਜਾਂ ਕੋਈ ਫੈਸਟੀਵਲ ਦੇ ਕਾਰਨ ਜਾਂ ਕਿਸੇ ਵੀ ਕਾਰਨਵਸ਼ ਜੇ ਉਸਨੂੰ ਅਸੀਂ 150 ਰੁਪਏ ਦਿੰਦੇ ਹਾਂ ਤਾਂ ਐਕਚੁਅਲ ਅਰਨਿੰਗ ਉਸਦੀ ਹੋਗੀ 150 ਰੁਪਏ, ਲੇਕਿਨ ਜਿਹੜੇ ਮਿਨੀਮਮ ਪੇਮੈਂਟ ਜਿਹੜੀ ਉਸਨੂੰ ਦੇਣੀ ਪੈਣੀ ਹੈ ਉਹ ਹੈਗੀ 100 ਰੁਪਏ। ਤਾਂ ਰੈਂਟ ਇਸ ਥਿਊਰੀ ਦੇ ਮੁਤਾਬਕ ਕਿੰਨਾ ਹੋ ਗਿਆ 50 ਰੁਪਏ, ਤਾਂ 50 ਰੁਪੀਜ਼। ਆਈ ਰਿਪੀਟ ਕਿ ਕਿਸੇ ਵੀ ਮਜ਼ਦੂਰ ਨੂੰ ਕੰਮ ਤੇ ਲਗਾਉਣ ਦੇ ਲਈ ਜਾਂ ਉਸ ਤੋਂ ਕੰਮ ਲੈਣ ਦੇ ਲਈ ਉਹਦੀਆਂ ਸਰਵਿਸਿਜ਼ ਨੂੰ ਲੈਣ ਦੇ ਲਈ ਮੰਨ ਲਓ ਨਿਊਨਤਮ ਮਜ਼ਦੂਰੀ ਜਿਹੜੀ ਹੈ ਮਿਨੀਮਮ ਪੇਮੈਂਟ ਵਿਚ ਵੀ ਆਰ ਸਪੋਜ਼ ਟੂ ਪੇ that worker, that is rupees 100. Actually what we pay to him, that is 150. So 150 minus rupees 100, the 50 is the rent which we are supposed to pay to that worker. तो 50 रुपए वो लगान हो गया ਜਿਹੜਾ ਕਿ ਸਾਨੂੰ ਉਸ ਮਜ਼ਦੂਰ ਨੂੰ ਯੂਜ਼ ਕਰਨ ਦੇ ਵੱਲੇ ਦਿੱਤਾ। ਜੇ ਐਕਚੁਅਲ ਅਰਨਿੰਗ ਟ੍ਰਾਂਸਫਰ ਅਰਨਿੰਗ ਦੇ ਬਰਾਬਰ ਹੋਵੇ, ਵਾਸਤਵਿਕ ਆਮਦਨ ਜਿਹੜੀ ਹੈ ਬਦਲੀਗਤ ਆਮਦਨ ਦੇ ਬਰਾਬਰ ਹੋਵੇ ਤਾਂ ਕੋਈ ਲਗਾਨ ਨਹੀਂ ਦੇਣਾ ਪੈਂਦਾ। ਠੀਕ ਹੈ ਜੀ, ਇਸ ਨੂੰ ਅਸੀਂ ਲੇਟੈਸਟ ਸਟੇਜ ਤੇ ਡਿਸਕਸ ਕਰਦੇ ਹਾਂ। ਹੁਣ ਇਸ ਸਿਧਾਂਤ ਨੂੰ ਅਸੀਂ ਡਿਸਕਸ ਕਰਦੇ ਹਾਂ ਕਿ ਰੈਂਟ ਵੈਨ ਸਪਲਾਈ ਆਫ ਅ ਫੈਕਟਰੀ ਇਜ਼ ਪਰਫੈਕਟਲੀ ਇਲਾਸਟਿਕ। ਜੇ ਸਪਲਾਈ ਜਿਹੜੀ ਹੈ ਉਤਪਾਦਨ ਦੇ ਸਾਧਨਾਂ ਦੀ ਸਪਲਾਈ ਪੂਰਨ ਤੌਰ ਤੇ ਲੋਚਦਾਰ ਹੋਵੇ, ਜੇ ਸਪਲਾਈ ਪੂਰਨ ਤੌਰ ਤੇ ਇਸ ਦੇ ਵਿੱਚ ਡਾਇਗਰਾਮ ਦੇ ਵਿੱਚ ਨਹੀਂ ਆਈ, ਇੱਥੇ ਡਾਇਗਰਾਮ ਨਹੀਂ ਬਣੀ ਹੋਈ, ਜੇ ਸਪਲਾਈ ਪੂਰਨ ਤੌਰ ਤੇ ਲੋਚਦਾਰ ਹੋਵੇ ਤਾਂ ਉਸ ਹਾਲਤ ਦੇ ਵਿੱਚ ਕੀ ਹੋਏਗਾ, ਐਕਚੁਅਲ ਅਰਨਿੰਗ ਜਿਹੜੀ ਹੈ ਉਹ ਟ੍ਰਾਂਸਫਰ ਅਰਨਿੰਗ ਦੇ ਬਰਾਬਰ ਹੈ। ਪੂਰਨ ਤੌਰ ਤੇ ਲੋਚਦਾਰ ਦਾ ਮਤਲਬ ਪਹਿਲਾਂ ਸਮਝੀਏ। ਪੂਰਨ ਤੌਰ ਤੇ ਲੋਚਦਾਰ ਮੀਨਸ ਸਪਲਾਈ ਜਿਹੜੀ ਹੈ ਪਰਫੈਕਟਲੀ ਇਲਾਸਟਿਕ ਹੈ, ਮਤਲਬ ਸਪਲਾਈ ਜਿਹੜੀ ਹੈ ਉਹ ਪੂਰਤੀ ਜਿਹੜੀ ਹੈ ਅਨੰਤ ਤੱਕ ਹੈ। ਮਤਲਬ ਜਿੰਨੀ ਮਰਜ਼ੀ ਸਾਨੂੰ ਡਿਮਾਂਡ ਹੋਵੇ, ਜਿੰਨੀ ਮਰਜ਼ੀ ਡਿਮਾਂਡ ਸਾਡੀ ਵਧੀ ਜਾਵੇ ਤਾਂ ਡਿਮਾਂਡ ਦੇ ਅਕੋਰਡਿੰਗਲੀ, ਡਿਮਾਂਡ ਦੇ ਅਨੁਸਾਰ ਹੀ ਸਾਧਨਾਂ ਦੀ ਜਿਹੜੀ ਪੂਰਤੀ ਹੈ ਉਪਲਬਧ ਹੋ ਜਾਏਗੀ। ਮਤਲਬ ਕਿ ਐਸਾ ਕਹਿ ਸਕਦੇ ਹਾਂ ਕਿ ਪੂਰਤੀ ਦੇ ਵਿੱਚ ਕੋਈ ਕਮੀ ਨਹੀਂ ਆਏਗੀ। ਅਨੰਤ ਅਤੇ ਜਿਹੜੀ ਸਪਲਾਈ ਕਰਵ ਹੈ ਉਹ ਪੈਰਲਲ ਟੂ ਐਕਸ ਐਕਸਿਸ ਹੋਏਗੀ। ਤਾਂ ਉਸ ਹਾਲਤ ਦੇ ਵਿੱਚ ਡਿਮਾਂਡ ਚਾਹੇ ਘਟਦੀ ਹੈ ਚਾਹੇ ਵੱਧਦੀ ਹੈ, ਜਿੱਥੇ ਡਿਮਾਂਡ ਸਪਲਾਈ ਦੇ ਬਰਾਬਰ ਹੋਏਗੀ ਲਗਾਨ ਦਾ ਨਿਰਧਾਰਨ ਤਾਂ ਉੱਥੇ ਹੀ ਹੋਏਗਾ। ਪਰ ਜਿੰਨੀ ਟ੍ਰਾਂਸਫਰ ਅਰਨਿੰਗ ਹੈ, ਜੇ 100 ਰੁਪਏ ਇੱਕ ਮਜ਼ਦੂਰ ਨੂੰ ਨਿਊਨਤਮ ਕੀਮਤ ਦੇਣੀ ਪੈਂਦੀ ਹੈ ਤਾਂ ਅਸੀਂ ਉਸ ਨੂੰ ਯੂਜ਼ ਕਰਨ ਦੇ ਬਦਲੇ 100 ਰੁਪਏ ਹੀ ਦੇਵਾਂਗੇ, ਉਸ ਤੋਂ ਜ਼ਿਆਦਾ ਨਹੀਂ ਦੇਵਾਂਗੇ। ਕਿਉਂ ਨਹੀਂ ਦੇਵਾਂਗੇ? ਕਿਉਂਕਿ ਜੇ ਉਹ ਮਜ਼ਦੂਰ 100 ਰੁਪਏ ਤੋਂ ਸਾਡੇ ਤੋਂ ਜ਼ਿਆਦਾ ਮੰਗਦਾ ਹੈ ਤਾਂ ਅਸੀਂ ਦੂਸਰੇ ਮਜ਼ਦੂਰ ਨੂੰ ਕਰ ਲਾਂਗੇ, ਦੂਸਰੇ ਮਜ਼ਦੂਰ ਨੇ ਤੀਸਰੇ ਮਜ਼ਦੂਰ ਨੂੰ ਕਰ ਲਾਂਗੇ, ਤੀਸਰਾ ਨਹੀਂ ਤਾਂ ਚੌਥਾ ਮਜ਼ਦੂਰ ਕਰ ਲਾਂਗੇ। ਤਾਂ ਐਕਚੁਅਲ ਅਰਨਿੰਗ ਜਿਹੜੀ ਹੈ ਉਹ ਟ੍ਰਾਂਸਫਰ ਅਰਨਿੰਗ ਦੇ ਕੀ ਹੋਏਗੀ, ਬਰਾਬਰ ਹੋਏਗੀ। ਜਦੋਂ ਐਕਚੁਅਲ ਅਰਨਿੰਗ ਟ੍ਰਾਂਸਫਰ ਅਰਨਿੰਗ ਦੇ ਬਰਾਬਰ ਹੈ ਤਾਂ ਲਗਾਨ ਜਿਹੜਾ ਹੈ ਉਹ ਕੀ ਹੋਏਗਾ, ਸ਼ੂਨਯ ਹੋਏਗਾ। ਜਿਹੜਾ ਐਕਚੁਅਲ ਅਰਨਿੰਗ ਮਾਈਨਸ ਟ੍ਰਾਂਸਫਰ ਅਰਨਿੰਗ ਇਜ਼ 0, ਇਹ ਇਸ ਦੇ ਬਰਾਬਰ ਹੈ। ਹੁਣ ਜੇ ਸਪਲਾਈ ਜਿਹੜੀ ਹੈ ਉਹ ਪਰਫੈਕਟਲੀ ਇਨਇਲਾਸਟਿਕ ਹੋਵੇ, ਪਰਫੈਕਟਲੀ ਇਨਇਲਾਸਟਿਕ, ਤਾਂ ਉਸ ਹਾਲਤ ਦੇ ਵਿੱਚ ਜਿਹੜੀ ਸਪਲਾਈ ਕਰਵ ਹੈ ਉਹ ਪੈਰਲਲ ਟੂ ਕਿਸ ਤੇ ਹੋਏਗੀ, ਵਾਈ ਐਕਸਿਸ। ਮਤਲਬ ਕਿ ਪੂਰਤੀ ਦੇ ਵਿੱਚ ਅਸੀਂ ਘਾਟਾ ਜਾਂ ਵਾਧਾ ਨਹੀਂ ਕਰ ਸਕਦੇ। ਤਾਂ ਉਸ ਹਾਲਤ ਦੇ ਵਿੱਚ ਜਿਹੜੀ ਰੈਂਟ ਹੈ ਉਹ ਐਕਚੁਅਲ ਅਰਨਿੰਗ ਦੇ ਬਰਾਬਰ ਹੋਏਗੀ। ਰੈਂਟ ਵਿਲ ਬੀ ਇਕੁਅਲ ਟੂ ਐਕਚੁਅਲ ਅਰਨਿੰਗ। ਰੈਂਟ ਐਕਚੁਅਲ ਅਰਨਿੰਗ ਦੇ ਬਰਾਬਰ ਹੋਏਗੀ। ਉਸ ਰੈਂਟ ਐਕਚੁਅਲ ਅਰਨਿੰਗ ਰੈਂਟ ਜਿਹੜਾ ਹੈ that will be actual earning and actual earning will be equal to transfer। ਇਹ ਇਸ ਚ ਉਲਟ ਹੋ ਗਿਆ, ਇਹ ਇਸ ਸਲਾਈਡ ਦੇ ਵਿੱਚ ਉਲਟ ਪਾਇਆ ਹੋਇਆ ਹੈ। ਮੈਂ ਰਿਪੀਟ ਕਰਦਾ, ਪਹਿਲਾਂ ਪਰਫੈਕਟਲੀ ਇਲਾਸਟਿਕ ਦੇ ਵਿੱਚ ਰੈਂਟ ਜਿਹੜਾ ਹੈ ਉਹ 0 ਹੋਏਗਾ, ਕਿਉਂਕਿ ਐਕਚੁਅਲ ਅਰਨਿੰਗ ਅਤੇ ਟ੍ਰਾਂਸਫਰ ਅਰਨਿੰਗ ਜਿਹੜੀ ਐਕਚੁਅਲ ਅਰਨਿੰਗ ਹੈ ਉਹ ਟ੍ਰਾਂਸਫਰ ਅਰਨਿੰਗ ਤੇ ਕੀ ਹੋਏਗੀ, ਮਤਲਬ ਯੂ ਮੇ ਸੇ ਜੋ ਹੀ ਐਕਚੁਅਲ ਅਰਨਿੰਗ ਹੋਏਗੀ ਉਹੀ ਟ੍ਰਾਂਸਫਰ ਅਰਨਿੰਗ ਹੋਏਗੀ। ਇਸ ਕਰਕੇ ਰੈਂਟ ਜਿਹੜਾ ਹੈ ਉਹ ਸ਼ੂਨਯ ਹੋਏਗਾ। ਅਤੇ ਜਿਹੜਾ ਜੇ ਪਰਫੈਕਟਲੀ ਇਨਇਲਾਸਟਿਕ ਸਪਲਾਈ ਕਰਵ ਹੋਵੇ, ਜਦੋਂ ਕਿ ਪੈਰਲਲ ਟੂ ਸਾਡੇ ਕੋਲ ਵਾਈ ਐਕਸਿਸ ਹੋਵੇ, ਤਾਂ ਉਸ ਹਾਲਤ ਦੇ ਵਿੱਚ ਜਿਹੜਾ ਰੈਂਟ ਹੈ ਉਹੀ ਐਕਚੁਅਲ ਅਰਨਿੰਗ ਦੇ ਬਰਾਬਰ ਹੋਏਗਾ।
ਇਸ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੈ, ਸਲਾਈਡ ਦੇ ਵਿੱਚ ਗਲਤ ਲਿਖਿਆ ਗਿਆ, ਰੈਂਟ ਵਿਲ ਬੀ ਇਕੁਅਲ ਟੂ ਐਕਚੁਅਲ ਅਰਨਿੰਗ। ਤਾਂ ਰੈਂਟ ਐਕਚੁਅਲ ਅਰਨਿੰਗ ਮੀਨਸ ਉਸ ਕੇਸ ਦੇ ਵਿੱਚ ਟ੍ਰਾਂਸਫਰ ਅਰਨਿੰਗ ਦੈਟ ਵਿਲ ਬੀ ਜ਼ੀਰੋ, ਜੇ ਸਪਲਾਈ ਜਿਹੜੀ ਹੈ ਪਰਫੈਕਟਲੀ ਇਨਇਲਾਸਟਿਕ ਹੈ। ਪਰਫੈਕਟਲੀ ਇਨਇਲਾਸਟਿਕ ਦਾ ਮਤਲਬ ਕੀ ਹੈ ਕਿ ਸਪਲਾਈ ਜਿਹੜੀ ਹੈ ਫਿਕਸਡ ਹੈ। ਹੁਣ ਉਸ ਹਾਲਤ ਦੇ ਵਿੱਚ ਜੇ ਡਿਮਾਂਡ ਵੱਧਦੀ ਹੈ, ਮੰਨ ਲਓ ਅਸੀਂ ਵੈਸੇ ਤਾਂ ਮਿਨੀਮਮ ਕੀਮਤ ਜਿਹੜੀ ਹੈ ਮਜ਼ਦੂਰਾਂ ਨੂੰ ਉਹ 100 ਰੁਪਏ ਦਿੰਦੇ ਹਾਂ, ਲੇਕਿਨ ਉਹ ਮੰਨ ਲਓ 120 ਰੁਪਏ ਮੰਗਦਾ ਹੈ। ਹੁਣ ਉਸ ਹਾਲਤ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਿਊਨਤਮ ਕੀਮਤ ਤੁਹਾਡੀ ਜਿਹੜੀ ਹੈ ਉਹ 100 ਰੁਪਏ ਹੈ, ਤੁਸੀਂ 100 ਰੁਪਏ ਹੀ ਲਓ, 120 ਮਾਈਨਸ 100 ਬਟ 20 ਹੋ ਗਈ, 20 ਰੈਂਟ ਹੋ ਗਿਆ, ਨਹੀਂ। ਕਿਉਂਕਿ ਉਸ ਹਾਲਤ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਆਪਣੀ ਮਨਮਰਜ਼ੀ ਕਰਨਗੇ, ਸਪਲਾਈ ਜਿਹੜੀ ਹੈ ਉਹ ਇਨਇਲਾਸਟਿਕ ਹੈ। ਤਾਂ ਉਸ ਹਾਲਤ ਦੇ ਵਿੱਚ ਜੋ ਵੀ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਮਜ਼ਦੂਰਾਂ ਨੂੰ, ਉਹਨਾਂ ਦੀ ਸਰਵਿਸਿਜ਼ ਨੂੰ ਯੂਜ਼ ਕਰਨ ਦੇ ਬਦਲੇ, that is equal to rent. That is, rent will be equal to actual earning, and in that case ਜਿਹੜੀ ਟ੍ਰਾਂਸਫਰ ਅਰਨਿੰਗ ਹੈ that will be zero। ਤਾਂ ਇਹ ਹੋਏਗਾ ਜਦੋਂ ਸਪਲਾਈ ਜਿਹੜੀ ਹੈ ਪਰਫੈਕਟਲੀ ਇਨਇਲਾਸਟਿਕ। ਹੁਣ rent when supply of factory is less than perfectly elastic, ਇਸ ਨੂੰ ਜੇ ਅਸੀਂ ਡਿਸਕਸ ਕਰਦੇ ਹਾਂ ਤਾਂ this is the diagram, figure 8। ਇਸ ਫਿਗਰ 8 ਦੇ ਵਿੱਚ ਅਸੀਂ ਦੇਖਦੇ ਹਾਂ ਕਿ SS ਇੱਕ ਸਪਲਾਈ ਕਰਵ ਹੈ। ਪਹਿਲਾਂ ਤਾਂ ਇਸ ਨੂੰ ਸਮਝੀਏ, ਇਹ ਸਪਲਾਈ ਕਰਵ OS ਨੂੰ ਦੇਖਦੇ ਹਾਂ, ਅਸੀਂ y ਐਕਸਿਸ ਤੇ ਲੈ ਰਹੇ ਹਾਂ ਵੇਜਿਸ। ਜੇ ਇਸ ਦਾ ਮਤਲਬ ਕੀ ਹੋਇਆ ਕਿ ਜੇ ਅਸੀਂ OS ਤੋਂ ਘੱਟ ਮਜ਼ਦੂਰੀ ਦਿੰਦੇ ਹਾਂ ਤਾਂ ਮਜ਼ਦੂਰ ਜਿਹੜਾ ਹੈ ਆਪਣੀਆਂ ਸਰਵਿਸਿਜ਼ ਦੇਣ ਤੋਂ ਕੀ ਕਰਦਾ ਹੁੰਦਾ ਹੈ, ਇਨਕਾਰ। ਜੇ ਮੰਨ ਲਓ ਅਸੀਂ ON ਮਜ਼ਦੂਰਾਂ ਨੂੰ ਕੰਮ ਤੇ ਲਗਾਉਂਦੇ ਹਾਂ ਤਾਂ ON ਮਜ਼ਦੂਰਾਂ ਤੇ ਨੂੰ ਕੰਮ ਉਹਨਾਂ ਤੋਂ ਕੰਮ ਲੈਣ ਦੇ ਲਈ ਸਾਨੂੰ OSEN ਘੱਟ ਤੋਂ ਘੱਟ ਮਜ਼ਦੂਰੀ ਦੇਣੀ ਪੈਣੀ। ਜੇ ਅਸੀਂ ਇਸ ਤੋਂ ਘੱਟ ਮਜ਼ਦੂਰੀ ਦਿੰਦੇ ਹਾਂ ਜਾਂ ਘੱਟ ਆਮਦਨ ਦਿੰਦੇ ਹਾਂ, ਘੱਟ ਭੁਗਤਾਨ ਕਰਦੇ ਹਾਂ, ਤਾਂ ਉਹ ਕੰਮ ਕਰਨ ਤੋਂ ਇਨਕਾਰ ਕਰ ਦੇਣਗੇ। ਤਾਂ OSEN ਨੂੰ ਅਸੀਂ ਟ੍ਰਾਂਸਫਰ ਅਰਨਿੰਗ ਜਾਂ ਬਦਲੀਗਤ ਆਮਦਨ ਕਹਿੰਦੇ ਹਾਂ। ਕਿਉਂਕਿ ਇਹਨਾਂ ਤੋਂ ਕੰਮ ਲੈਣ ਦੇ ਲਈ, ਇਹਨਾਂ ਦੀ ਸਰਵਿਸਿਜ਼ ਲੈਣ ਦੇ ਲਈ ਸਾਨੂੰ ਜਿਹੜੀ ਮਿਨੀਮਮ ਪੇਮੈਂਟ ਉਹਨਾਂ ਨੂੰ ਦੇਣੀ ਪੈਣੀ ਹੈ, ਦੈਟ ਇਜ਼ OSEN। ਹੁਣ ਇਸ ਸਪਲਾਈ ਕਰਵ ਨੂੰ ਡਿਮਾਂਡ ਕਰਵ DD ਕਿਸ ਬਿੰਦੂ ਤੇ ਕੱਢਦੀ ਹੈ, ਇਹ ਬਿੰਦੂ ਤੇ ਕੱਢਦੀ ਹੈ। ਤਾਂ ਹੁਣ ਜਿਹੜੀ ਕੀਮਤ ਹੈ ਮਜ਼ਦੂਰਾਂ ਨੂੰ ਯੂਜ਼ ਕਰਨ ਦੀ ਉਹ ਨਿਰਧਾਰਨ ਹੋ ਗਈ OW। ਤਾਂ ਮਜ਼ਦੂਰੀ ਅਸੀਂ ਦੇ ਰਹੇ ਹਾਂ OWEN, ਐਕਚੁਅਲ ਜਿਹੜੀ ਪੇਮੈਂਟ ਅਸੀਂ ਦੇ ਰਹੇ ਹਾਂ, ਜਿਹੜੀ ਪ੍ਰਾਈਸ ਮਜ਼ਦੂਰਾਂ ਨੂੰ ਦੇ ਰਹੇ ਹਾਂ ਉਹ ਹੈ OWEN। ਲੇਕਿਨ ਜਿਹੜੀ ਮਿਨੀਮਮ ਪੇਮੈਂਟ ਵਿਚ ਵੀ ਆਰ ਸਪੋਜ਼ ਟੂ ਪੇ them, that is OSEN। ਤਾਂ OWEN ਦੇ ਵਿੱਚੋਂ OSEN ਜੇ ਅਸੀਂ ਮਾਈਨਸ ਕਰ ਦਿੰਦੇ ਹਾਂ ਤਾਂ SWE ਇਹ ਸਾਡੇ ਕੋਲ ਕੀ ਬਚ ਗਿਆ, ਲਗਾਨ। ਦਿਸ ਇਜ਼ ਨੋਨ ਐਜ਼ ਰੈਂਟ, ਕਿਉਂਕਿ ਐਕਚੁਅਲ ਅਰਨਿੰਗ ਦੇ ਵਿੱਚੋਂ ਜੇ ਟ੍ਰਾਂਸਫਰ ਅਰਨਿੰਗ ਮਾਈਨਸ ਕਰ ਦਿੰਦੇ ਤਾਂ SWE ਬਣ। ਜੇ ਹੁਣ ਮੰਗ ਵੱਧ ਜਾਂਦੀ ਹੈ, ਮੰਗ ਵੱਧ ਕੇ DD ਕਰਵ ਜਿਹੜੀ ਹੈ ਉਹ D1 ਹੋ ਜਾਂਦੀ ਹੈ। ਤਾਂ D1 ਕਰਵ ਜਿਹੜੀ ਹੈ ਸਪਲਾਈ ਕਰਵ ਨੂੰ E1 ਬਿੰਦੂ ਤੇ ਕੱਢਦੀ ਹੈ। E1 ਬਿੰਦੂ ਤੇ ਜਿਹੜੀ ਐਕਚੁਅਲ ਅਰਨਿੰਗ ਹੈ ਉਹ ਹੋਗੀ OW1E1N1। OW1E1N1 ਇਹ ਹੋਗੀ ਐਕਚੁਅਲ ਅਰਨਿੰਗ, ਅਤੇ ਜਿਹੜੀ ਮਿਨੀਮਮ ਪੇਮੈਂਟ ਹੈ, ਜਿਹੜੀ ਟ੍ਰਾਂਸਫਰ ਅਰਨਿੰਗ ਹੈ, ਉਹ ਹੋਗੀ OSE1N1। ਤਾਂ ਮਿਨੀਮਮ ਪੇਮੈਂਟ ਟ੍ਰਾਂਸਫਰ ਅਰਨਿੰਗ OSE1N1। ਤਾਂ OW1E1N1 ਦੇ ਵਿੱਚੋਂ ਜਦੋਂ OSE1N1 ਨੂੰ ਅਸੀਂ ਮਾਈਨਸ ਕਰਦੇ ਹਾਂ ਤਾਂ SW1E1 ਜੋ ਬਚ ਗਿਆ ਉਸ ਨੂੰ ਅਸੀਂ ਕਹਿੰਦੇ ਹਾਂ ਲਗਾਨ। ਦਿਸ ਇਜ਼ ਨੋਨ ਐਜ਼ ਰੈਂਟ। ਇਹ ਸੀਗਾ ਰੈਂਟ when the supply of a factory is less than perfectly elastic। ਇਹ ਸੀਗੀ ਮਾਡਰਨ ਥਿਊਰੀ ਆਫ ਰੈਂਟ। ਹੁਣ ਲਾਸਟ ਦੇ ਵਿੱਚ ਜਿਹੜਾ ਇੱਕ ਸਿਧਾਂਤ ਬਚ ਗਿਆ ਜਿਸ ਨੂੰ ਅਸੀਂ ਅਰਧ ਲਗਾਨ ਜਾਂ ਕੌਸ਼ੀ ਰੈਂਟ ਕਹਿ ਦਿੰਦੇ ਹਾਂ, ਜਿਸ ਨੂੰ ਮਾਰਸ਼ਲ ਨੇ ਡਿਵੈਲਪ ਕੀਤਾ ਹੈ। This theory is also known as theory is given by Marshall।
ਉਹਨਾਂ ਦੇ ਮੁਤਾਬਕ ਜਿਹੜੀਆਂ ਬੜੀਆਂ ਮਸ਼ੀਨਾਂ ਨੇ, ਜਿਹਨੂੰ ਅਸੀਂ ਰੋਬੋਟਸ ਕਹਿ ਸਕਦੇ ਹਾਂ, ਉਹਨਾਂ ਦੀ ਸਪਲਾਈ ਜਿਹੜੀ ਹੈ ਉਹ ਸ਼ਾਰਟ ਰਨ 'ਚ ਫਿਕਸਡ ਹੁੰਦੀ ਹੈ ਅਤੇ ਲੌਂਗ ਰਨ 'ਚ ਉਹਨਾਂ ਨੂੰ ਦੀ ਸਪਲਾਈ ਨੂੰ ਅਸੀਂ ਘਟਾ ਵਧਾ ਸਕਦੇ ਹਾਂ। ਉਹਨਾਂ ਨੇ ਇਹਨਾਂ ਮਸ਼ੀਨਾਂ ਦੀ ਜਿਹੜੀਆਂ ਬੜੀਆਂ ਮਸ਼ੀਨਾਂ ਨੇ, ਇਹਨਾਂ ਦੀ ਸ਼ਾਰਟ ਰਨ ਸਪਲਾਈ ਨੂੰ ਲੈਂਡ ਦੀ ਸਪਲਾਈ ਦੇ ਨਾਲ ਕੰਪੇਅਰ ਕਰ ਰਹੇ ਹਨ। ਲੈਂਡ ਦੀ ਸਪਲਾਈ ਜਿਹੜੀ ਹੈ ਸ਼ਾਰਟ ਰਨ ਅਤੇ ਲੌਂਗ ਰਨ ਦੋਨਾਂ ਵਿੱਚ ਫਿਕਸਡ ਹੈ, ਲੇਕਿਨ ਜਿਹੜੀਆਂ ਬੜੀਆਂ ਮਸ਼ੀਨਾਂ ਨੇ ਜਿਨ੍ਹਾਂ ਦੀ ਲਾਗਤ ਬਹੁਤ ਜ਼ਿਆਦਾ ਹੈ, ਉਹਨਾਂ ਦੀ ਸਪਲਾਈ ਕਿਉਂਕਿ ਸ਼ਾਰਟ ਰਨ 'ਚ ਫਿਕਸਡ ਹੈ ਅਤੇ ਲੌਂਗ ਰਨ ਦੇ ਵਿੱਚ ਉਹਨਾਂ ਦੀ ਸਪਲਾਈ ਨੂੰ ਅਸੀਂ ਘਾਟਾ ਵਾਧਾ ਕਰ ਸਕਦੇ ਹਾਂ। ਤਾਂ ਇਹਨਾਂ ਮਸ਼ੀਨਾਂ ਦਾ ਪ੍ਰਯੋਗ ਕਰਨ ਦੇ ਵੇਲੇ ਜੋ ਅਸੀਂ ਪ੍ਰਾਈਸ ਪੇ ਕਰਦੇ ਹਾਂ, ਕਿ ਉਹਨਾਂ ਨੇ ਲਗਾਨ ਨਾ ਕਹਿ ਕੇ ਅਰਧ ਲਗਾਨ ਕਹਿ ਦਿੱਤਾ। ਅਰਧ ਲਗਾਨ ਇਸ ਕਰਕੇ ਕਿਉਂਕਿ ਇਹਨਾਂ ਦੀ ਸਪਲਾਈ ਲੌਂਗ ਰਨ 'ਚ ਵੇਰੀਏਬਲ ਹੈ, ਲੌਂਗ ਰਨ 'ਚ ਚੇਂਜੇਬਲ ਹੈ, ਲੌਂਗ ਰਨ 'ਚ ਇਹਨਾਂ ਨੂੰ ਤਬਦੀਲੀ ਕਰ ਸਕਦੇ। ਤਾਂ ਉਹਨਾਂ ਦੇ ਮੁਤਾਬਕ ਇਸ ਰੈਂਟ ਨੂੰ ਅਸੀਂ ਕਿਵੇਂ ਡਿਟਰਮਿਨ ਕਰ ਸਕਦੇ ਹਾਂ? ਜੇ ਅਸੀਂ ਕੁੱਲ ਆਮਦਨ ਦੇ ਵਿੱਚੋਂ ਕੁੱਲ ਪਰਿਵਰਤਨਸ਼ੀਲ ਲਾਗਤ ਨੂੰ ਮਾਈਨਸ ਕਰ ਦਈਏ, ਘਟਾ ਦਈਏ, ਤਾਂ ਜੋ ਬਾਕੀ ਬਚ ਜਾਏਗਾ ਉਸ ਨੂੰ ਅਸੀਂ ਕਹਿੰਦੇ ਹਾਂ ਅਰਧ ਲਗਾਨ। ਤਾਂ ਇਸ ਨੂੰ ਅਸੀਂ ਇੱਕ ਡਾਇਗਰਾਮ ਦੇ ਨਾਲ ਐਕਸਪਲੇਨ ਕਰ ਸਕਦੇ ਹਾਂ। ਇਸੇ ਦਾ ਡਾਇਗਰਾਮ, ਹੁਣ ਇਸ ਡਾਇਗਰਾਮ ਨੂੰ ਜੇ ਅਸੀਂ ਦੇਖਦੇ ਹਾਂ, ਫਿਗਰ 9 ਨੂੰ, ਤਾਂ ਵਾਈ ਐਕਸਿਸ ਤੇ ਅਸੀਂ ਲੈ ਰਹੇ ਹਾਂ ਕੋਸਟ ਐਂਡ ਪ੍ਰਾਈਸ ਅਤੇ ਐਕਸ ਐਕਸਿਸ ਤੇ ਲੈ ਰਹੇ ਹਾਂ ਆਊਟਪੁੱਟ। ਹੁਣ ਇਹ ਇੱਕ ਪ੍ਰਾਈਸ ਲਾਈਨ ਜਿਹਨੂੰ ਅਸੀਂ ਐਵਰੇਜ ਰੈਵਨਿਊ ਤੇ ਮਾਰਜਨ ਰੈਵਨਿਊ ਦੇ ਬਰਾਬਰ ਕਹਿ ਸਕਦੇ। ਪ੍ਰਾਈਸ ਜਿਹੜੀ ਹੈ ਉਹ ਉਸ ਆਮਦਨ ਦੇ ਬਰਾਬਰ ਹੁੰਦੀ ਹੈ। ਪਰਫੈਕਟ ਕੰਪੀਟੀਸ਼ਨ 'ਚ ਪੂਰਨ ਪ੍ਰਤੀਯੋਗਤਾ 'ਚ ਉਸ ਆਮਦਨ ਉਸ ਸੀਮਾਂਤ ਆਮਦਨ ਦੇ ਬਰਾਬਰ ਹੁੰਦੀ ਹੈ। ਇਸ ਕਰਵ ਨੂੰ ਮਾਰਜਨਲ ਕੋਸਟ ਕਰਵ ਜਿਹੜੀ ਹੈ ਉਹ ਨੀਚੇ ਤੋਂ ਕੱਟ ਰਹੀ ਹੈ। ਨੀਚੇ ਤੋਂ ਜਦੋਂ ਕੱਟਦੀ ਹੈ, ਇਸ ਸੰਤੁਲਨ ਦੇ ਬਿੰਦੂ ਦੇ ਉੱਤੇ, B ਸੰਤੁਲਨ ਦੇ ਬਿੰਦੂ ਤੇ ਅਸੀਂ ਦੇਖਦੇ ਹਾਂ ਕਿ OB ਨੀਚੇ ਜਿੱਥੇ ਡਾਟ ਪਾਇਆ ਹੋਇਆ B ਤੋਂ ਨਿਚਲੇ ਪਾਸੇ ਅਤੇ Q, ਦਿਸ ਇਜ਼ ਦਾ ਟੋਟਲ ਰੈਵਨਿਊ। ਅਤੇ ਇਸਤੇ ਵੇਰੀਏਬਲ ਕੋਸਟ ਜਿਹੜੀ ਹੈ ABC ਕੀ ਹੈ, ਔਸਤ ਪਰਿਵਰਤਨਸ਼ੀਲ ਲਾਗਤ ਹੈ, ਐਵਰੇਜ ਵੇਰੀਏਬਲ ਕੋਸਟ। ਤਾਂ OPVQ ਇਹ ਕੁੱਲ ਆਮਦਨ ਹੈ ਅਤੇ ਕੁੱਲ ਲਾਗਤ ਵੀ OPVQ ਹੈ। ਤਾਂ ਕੁੱਲ ਆਮਦਨ ਕਿਉਂਕਿ ਕੁੱਲ ਲਾਗਤ ਦੇ ਕੁੱਲ ਪਰਿਵਰਤਨਸ਼ੀਲ ਲਾਗਤ ਦੇ ਬਰਾਬਰ ਹੈ, ਇਸ ਕਰਕੇ ਕੋਈ ਲਗਾਨ ਨਹੀਂ ਦੇਣਾ ਪੈਂਦਾ। ਹੁਣ ਜੇ ਪ੍ਰਾਈਸ ਜਾਂ ਐਵਰੇਜ ਰੈਵਨਿਊ OP ਤੋਂ ਵੱਧ ਕੇ OP1 ਹੋ ਜਾਂਦਾ ਹੈ। ਹੁਣ OP1 ਰੇਖਾ ਦੇ ਉੱਤੇ ਮਾਰਜਨਲ ਕੋਸਟ ਕਰਵ ਜਿਹੜੀ ਹੈ A ਬਿੰਦੂ ਤੇ ਕੱਟਦੀ ਹੈ। ਇਸ A ਬਿੰਦੂ ਦੇ ਉੱਤੇ ਜਦੋਂ ਕੱਟਦੀ ਹੈ ਤਾਂ ਸੰਤੁਲਨ ਦਾ ਬਿੰਦੂ ਹੋ ਗਿਆ। ਇਸ ਸੰਤੁਲਨ ਦੇ ਬਿੰਦੂ ਤੇ ਟੋਟਲ ਰੈਵਨਿਊ ਕਿੰਨਾ ਹੋ ਗਿਆ? OP1 AQ1। ਲੇਕਿਨ ਇਸ ਤੇ ਜਿਹੜੀ ਪਰਿਵਰਤਨਸ਼ੀਲ ਲਾਗਤ ਹੈ ਇਸ ਸੰਤੁਲਨ ਦੇ ਬਿੰਦੂ ਤੇ ਉਹ ਹੋਗੀ OTBQ1। ਪਰਿਵਰਤਨਸ਼ੀਲ ਲਾਗਤ ਹੋਗੀ OTB ਅਤੇ Q1। ਤਾਂ ਹੁਣ ਇਸ ਕੁੱਲ ਆਮਦਨ ਦੇ ਵਿੱਚੋਂ OP1 AQ1 ਦੇ ਵਿੱਚੋਂ ਜੇ ਅਸੀਂ OTB ਅਤੇ Q1 ਮਾਈਨਸ ਕਰ ਦਈਏ ਤਾਂ TP1 A ਅਤੇ B ਇਹ ਸਾਡੇ ਕੋਲ ਕੀ ਆ ਗਿਆ? ਲਗਾਨ। ਇਹ ਕੁੱਲ ਆਮਦਨ ਦੇ ਵਿੱਚੋਂ ਕੁੱਲ ਪਰਿਵਰਤਨਸ਼ੀਲ ਮਾਈਨਸ ਕਰਨ ਦੇ ਨਾਲ ਇਹ ਬਣ ਗਿਆ ਲਗਾਨ। ਹੁਣ ਜੇ ਪ੍ਰਾਈਸ ਜਾਂ ਡਿਮਾਂਡ, ਐਵਰੇਜ ਰੈਵਨਿਊ ਨੂੰ ਅਸੀਂ ਡਿਮਾਂਡ ਕਰਵ ਵੀ ਕਹਿੰਦੇ ਹਾਂ। ਐਵਰੇਜ ਰੈਵਨਿਊ ਇਜ਼ ਆਲਸੋ ਨੋਨ ਐਜ਼ ਡਿਮਾਂਡ ਕਰਵ, ਬਟ ਦਾ ਪ੍ਰਾਈਸ ਇਜ਼ ਆਲਵੇਜ਼ ਇਕੁਅਲ ਟੂ ਐਵਰੇਜ ਰੈਵਨਿਊ। ਤਾਂ ਹੁਣ ਜੇ ਡਿਮਾਂਡ ਜਿਹੜੀ ਹੈ OP1 ਤੋਂ ਵੱਧ ਕੇ OP2 ਹੋ ਜਾਂਦੀ ਹੈ, ਤਾਂ ਇਸ ਕਰਵ ਨੂੰ ਮਾਰਜਨਲ ਕੋਸਟ ਕਰਵ ਹੇਠਾਂ ਤੋਂ ਉੱਪਰ ਨੂੰ D ਬਿੰਦੂ ਤੇ ਕੱਟਦੀ ਹੈ। ਹੁਣ D ਇੱਕ ਸੰਤੁਲਨ ਦਾ ਬਿੰਦੂ ਹੋ ਗਿਆ।
इस संतुलन के बिंदु ते कुल आमदन हो गया ओ पी टू डी क्यू टू। तो कुल आमदन हो गया ओ पी टू डी क्यू टू। इस संतुलन के बिंदु ते औसत परिवर्तनशील लागत कितनी है सी क्यू टू। हुण कुल उत्पादन ਅਸੀਂ कर रहे हैं ओ क्यू टू। ਤਾਂ ਹੁਣ ਕੁੱਲ ਉਤਪਾਦਨ ਨੂੰ OQ2 ਨੂੰ ਜਦੋਂ ਅਸੀਂ CQ2 ਨਾਲ CQ2 ਜਾਂ OP1 ਨਾਲ ਮਲਟੀਪਲਾਈ ਕਰੀਏ ਤਾਂ ਕੁੱਲ ਪਰਿਵਰਤਨਸ਼ੀਲ ਲਾਗਤ ਬਣ ਗਿਆ OP1 CQ2। ਤਾਂ ਕੁੱਲ ਆਮਦਨ ਦੇ ਵਿੱਚੋਂ ਕੁੱਲ ਪਰਿਵਰਤਨਸ਼ੀਲ ਲਾਗਤ OP1 CQ2 ਮਾਈਨਸ ਕਰਨ ਦੇ ਨਾਲ ਸਾਡੇ ਕੋਲ ਬਚ ਗਿਆ P1 P2 B ਅਤੇ C। ਤਾਂ ਇਹ ਸਾਡੇ ਕੋਲ ਬਣ ਗਿਆ ਲਗਾਨ ਅਰਧ ਲਗਾਨ that is P1 P2 D and C। ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਡਿਮਾਂਡ ਵੱਧਦੀ ਹੈ ਤਾਂ ਡਿਮਾਂਡ ਵਧਣ ਦੇ ਨਾਲ ਅਰਧ ਲਗਾਨ ਵਿੱਚ ਵਾਧਾ ਹੁੰਦਾ ਹੈ। ਜੇ ਡਿਮਾਂਡ P2 ਤੋਂ ਘੱਟ ਕੇ P1 ਹੁੰਦੀ ਹੈ ਤਾਂ ਲਗਾਨ ਜਿਹੜਾ ਹੋਰ ਘਟ ਜਾਂਦਾ ਹੈ। ਅਤੇ ਜੇ ਡਿਮਾਂਡ ਹੋਰ ਘਟ ਜਾਵੇ OP ਤੱਕ ਆ ਜਾਵੇ ਅਤੇ OP ਜਿਹੜਾ ਹੈ ਪ੍ਰਾਈਸ ਜਿਹੜੀ ਹੈ ਉਹ ਪਰਿਵਰਤਨਸ਼ੀਲ ਲਾਗਤ ਦੇ ਬਰਾਬਰ ਹੈ ਤਾਂ ਉਸ ਹਾਲਤ ਦੇ ਵਿੱਚ ਕੋਈ ਲਗਾਨ ਸਾਨੂੰ ਨਹੀਂ ਦੇਣਾ ਪਏਗਾ ਕਿਉਂਕਿ ਜਿਹੜੀ ਡਿਮਾਂਡ ਹੈ ਉਹ ਸਪਲਾਈ ਦੇ ਬਰਾਬਰ ਹੈ। ਸਪਲਾਈ ਦੇ ਬਰਾਬਰ ਕਿਉਂ ਹੈ ਕਿਉਂਕਿ ਵੇਰੀਏਬਲ ਕੋਸਟ ਤੋਂ ਉੱਪਰਲੀ ਜਿਹੜੀ ਮਾਰਜਨ ਕੋਸਟ ਕਰਵ ਹੈ ਉਸ ਨੂੰ ਅਸੀਂ ਸਪਲਾਈ ਕਰਵ ਕਹਿੰਦੇ ਹਾਂ। ਤਾਂ ਸਪਲਾਈ ਕਰਵ ਜਿਹੜੀ ਹੈ ਉਹ ਡਿਮਾਂਡ ਦੇ ਬਰਾਬਰ ਹੈ। ਇਸ ਕਰਕੇ no Cauchy rent is given when the price is OP ਕਿਉਂਕਿ ਇਸ ਹਾਲਤ ਦੇ ਵਿੱਚ ਜਿਹੜੀ ਸਪਲਾਈ ਡਿਮਾਂਡ ਦੇ ਬਰਾਬਰ ਹੈ ਅਤੇ ਵੇਰੀਏਬਲ ਕੋਸਟ ਜਿਹੜੀ ਹੈ ਉਹ ਪ੍ਰਾਈਸ ਦੇ ਬਰਾਬਰ ਹੈ। ਤਾਂ ਇਹ ਸੀਗੀ ਅਰਧ ਲਗਾਨ। ਹੁਣ ਅੱਜ ਅਸੀਂ ਜਿਹੜਾ ਲੈਂਡ ਮਾਰਕੀਟ ਦੇ ਵਿੱਚ ਪਹਿਲਾਂ ਅਸੀਂ ਦੱਸਿਆ ਕਿ ਲੈਂਡ ਨੂੰ ਯੂਜ਼ ਕਰਨ ਦੇ ਵੇਲੇ ਜੋ ਅਸੀਂ ਪ੍ਰਾਈਸ ਦਿੰਦੇ ਹਾਂ ਨਿਸ਼ਚਿਤ ਸਮੇਂ ਦੇ ਲਈ ਉਸ ਨੂੰ ਅਸੀਂ ਰੈਂਟ ਕਹਿੰਦੇ ਹਾਂ। ਅਤੇ ਜੇ ਅਸੀਂ ਲੈਂਡ ਨੂੰ ਯੂਜ਼ ਕਰਨ ਦੇ ਵੇਲੇ ਅਸੀਂ ਟੈਕਸ ਲਗਾਉਂਦੇ ਹਾਂ ਗਵਰਨਮੈਂਟ ਟੈਕਸ ਲਗਾਉਂਦੀ ਹੈ ਤਾਂ ਟੈਕਸ ਦਾ ਭੁਗਤਾਨ ਜਿਹੜਾ ਲੈਂਡ ਲੋਡ ਆਪਣੀ ਇਨਕਮ ਦੇ ਵਿੱਚੋਂ ਦੇਵੇਗਾ। ਰੈਂਟ ਤੇ ਇਸ ਦਾ ਕੋਈ ਯੂਜ਼ ਪ੍ਰਭਾਵ ਨਹੀਂ ਪਏਗਾ ਇੰਪੈਕਟ ਨਹੀਂ ਪਏਗਾ। ਜੇ ਐਸ ਫਾਰ ਐਸ ਥਿਊਰੀਜ਼ ਆਫ ਰੈਂਟ ਇਜ਼ ਕੰਸਰਨ ਅਸੀਂ ਤਿੰਨ ਥਿਊਰੀਜ਼ ਕੀਤੀਆਂ ਰਿਕਾਰਡਿੰਗ ਥਿਊਰੀ ਆਫ ਰੈਂਟ ਮੋਡਲ ਥਿਊਰੀ ਆਫ ਰੈਂਟ ਅਤੇ ਮਾਰਸ਼ਲ ਥਿਊਰੀ ਆਫ ਰੈਂਟ ਦੈਟ ਇਜ਼ ਨੋਨ ਐਸ Cauchy rent। ਅਤੇ ਰਿਕਾਰਡਿੰਗ ਥਿਊਰੀ ਨੂੰ ਅਸੀਂ ਜਦੋਂ ਡਿਸਕਸ ਕੀਤਾ ਤਾਂ ਅਸੀਂ ਪਹਿਲਾਂ ਡੈਫੀਨੇਸ਼ਨ ਦਿੱਤੀ ਹੈ ਰੈਂਟ ਦੀ ਕਿ ਭੂਮੀ ਦੀਆਂ ਆਰੰਭਿਕ ਅਤੇ ਅਨਾਸ਼ਵੰਤ ਸ਼ਕਤੀਆਂ ਦਾ ਪ੍ਰਯੋਗ ਕਰਨ ਦੇ ਵੇਲੇ ਭੂਮੀ ਦੇ ਮਾਲਕ ਨੂੰ ਉਪਜ ਦਾ ਜਿਹੜਾ ਭਾਗ ਦਿੱਤਾ ਜਾਂਦਾ ਉਹਨੂੰ ਅਸੀਂ ਲਗਾਨ ਕਹਿੰਦੇ ਹਾਂ। ਅਤੇ ਫਿਰ ਅਸੀਂ ਅਜੰਪਸ਼ਨਸ ਨੂੰ ਬਰੀਫ 'ਚ ਡਿਸਕਸ ਕੀਤਾ। ਫਿਰ ਅਸੀਂ ਕਿਹਾ ਕਿ ਇਸ ਸਿਧਾਂਤ ਨੂੰ ਅਸੀਂ ਐਕਸਟੈਂਸਿਵ ਕਲਟੀਵੇਸ਼ਨ ਅਤੇ ਇੰਟੈਂਸਿਵ ਕਲਟੀਵੇਸ਼ਨ 'ਚ ਡਿਵਾਈਡ ਕਰ ਸਕਦੇ ਹਾਂ। ਐਕਸਟੈਂਸਿਵ ਕਲਟੀਵੇਸ਼ਨ 'ਚ ਅਸੀਂ ਉਤਪਾਦਨ ਨੂੰ ਵਧਾਉਣ ਦੇ ਲਈ ਵੱਧ ਜ਼ਮੀਨ ਦਾ ਇਸਤੇਮਾਲ ਕਰਦੇ ਹਾਂ ਅਤੇ ਗਹਿਨ ਖੇਤੀ ਦੇ ਵਿੱਚ ਇੰਟੈਂਸਿਵ ਕਲਟੀਵੇਸ਼ਨ ਦੇ ਵਿੱਚ ਉਤਪਾਦਨ ਨੂੰ ਵਧਾਉਣ ਦੇ ਲਈ ਅਸੀਂ ਸਥਿਰ ਜ਼ਮੀਨ ਤੇ ਵੱਧ ਮਜ਼ਦੂਰ ਅਤੇ ਪੂੰਜੀ ਦੀ ਇਕਾਈਆਂ ਦਾ ਇਸਤੇਮਾਲ ਕਰਦੇ ਹਾਂ। ਤਾਂ ਜਦੋਂ ਕਿਉਂਕਿ ਐਕਸਟੈਂਸਿਵ ਕਲਟੀਵੇਸ਼ਨ ਅਸੀਂ ਮੰਨਦੇ ਹਾਂ ਕਿ ਕਈ ਤਰ੍ਹਾਂ ਦੀ ਜ਼ਮੀਨ ਹੈ ਜਿਨ੍ਹਾਂ ਦੀ ਉਪਜਾਊ ਸ਼ਕਤੀ ਅਲੱਗ-ਅਲੱਗ ਹੈ। ਜਿਹੜੀ ਸਭ ਤੋਂ ਵੱਧ ਉਪਜਾਊ ਸ਼ਕਤੀ ਹੈ ਜ਼ਮੀਨ ਹੈ ਉਸ ਤੇ ਲਗਾਨ ਜ਼ਿਆਦਾ, ਜਿਹੜੀ ਘੱਟ ਉਪਜਾਊ ਸ਼ਕਤੀ ਉਸ ਤੇ ਲਗਾਨ ਘੱਟ। ਇੰਟੈਂਸਿਵ ਕਲਟੀਵੇਸ਼ਨ 'ਚ ਵੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਹਿਲਾਂ ਜਿਹੜੀਆਂ ਡੋਜ਼ਿਸ ਆਫ ਲੇਬਰ ਐਂਡ ਕੈਪੀਟਲ ਯੂਜ਼ ਕਰਦੇ ਹਾਂ ਉਸ ਤੇ ਲਗਾਨ ਜ਼ਿਆਦਾ ਅਤੇ ਬਾਅਦ ਦੇ ਵਿੱਚ ਜਿਹੜੀ ਯੂਜ਼ ਕਰਦੇ ਹਾਂ ਉਹਨਾਂ ਤੇ ਲਗਾਨ ਕੀ ਹੈ ਘੱਟ। ਲੇਕਿਨ ਜੇ ਮਾਡਰਨ ਥਿਊਰੀ ਦੀ ਗੱਲ ਕਰੀਏ ਤਾਂ ਮਾਡਰਨ ਥਿਊਰੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲਗਾਨ ਜਿਹੜਾ ਹੈ ਉਤਪਾਦਨ ਦੇ ਸਾਰੇ ਜਿਹੜੇ ਸਾਧਨ ਨੇ ਉਤਪਾਦਨ ਦੇ ਸਾਧਨ ਨੇ ਉਹਨਾਂ ਨੂੰ ਯੂਜ਼ ਕਰਨ ਦੇ ਬਦਲੇ ਜੋ ਵੀ ਪ੍ਰਾਈਸ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਰੈਂਟ ਕਹਿੰਦੇ ਹਾਂ। ਉਹਨਾਂ ਦੇ ਮੁਤਾਬਕ ਜਿਹੜੀ ਸਪਲਾਈ ਹੈ ਜਿਨ੍ਹਾਂ ਵੀ ਸਾਧਨਾਂ ਦੀ ਸਪਲਾਈ ਜਿਹੜੀ ਹੈ ਉਹਨਾਂ ਦੀ ਡਿਮਾਂਡ ਦੇ ਨਾਲੋਂ ਘੱਟ ਹੁੰਦੀ ਹੈ ਉਹਨਾਂ ਦਾ ਯੂਜ਼ ਕਰਨ ਦੇ ਬਦਲੇ ਰੈਂਟ ਦਿੱਤੇ ਜਾਂਦੇ। ਜੇ ਸਪਲਾਈ ਪੂਰਨ ਤੌਰ ਤੇ ਲਚਕਦਾਰ ਹੋਵੇ ਤੁਹਾਡੇ ਇਲਾਸਟਿਕ ਹੋਵੇ ਤਾਂ ਕੋਈ ਰੈਂਟ ਨਹੀਂ ਦਿੱਤਾ ਜਾਂਦਾ। ਜੇ ਸਪਲਾਈ ਪੂਰਨ ਤੌਰ ਤੇ ਇਨਇਲਾਸਟਿਕ ਹੋਵੇ ਤਾਂ ਐਕਚੁਅਲ ਅਰਨਿੰਗ ਉਹ ਰੈਂਟ ਦੇ ਬਰਾਬਰ ਹੁੰਦੀ ਹੈ। ਜੇ ਸਪਲਾਈ ਮੋਡਰੇਟਲੀ ਇਲਾਸਟਿਕ ਹੋਵੇ ਤਾਂ ਐਕਚੁਅਲ ਅਰਨਿੰਗ ਦੇ ਵਿੱਚੋਂ ਜੇ ਅਸੀਂ
ट्रांसफर अर्निंग माइनस कर देता हूँ रेंट में। एज फार एज कोशी रेंट इज कंसर्न, तो कोशी रेंट जोड़ा है वो टोटल रेवन्यू के विचों टोटल वेरिएबल कॉस्ट से ਅਸੀਂ माइनस कर दईए तो जो बच जाता दैट इज नोन एज द रेंट, कोशी रेंट अग लगा जो ਅਸੀਂ ਕਹਿੰਦੇ। थैंक यू।